ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਆਪਣੀ ਨਵੀਂ ਵੀਡੀਓ ਕਰਨ ਜਾ ਰਹੇ ਹਾਂ ਪੋਲੀਟੀਕਲ ਦੀ। ਇਹਦੇ ਵਿੱਚ ਆਪਾਂ ਉਸ ਦਿਨ ਕੀਤੇ ਸੀਗੇ ਆਰਟੀਕਲ ਐਕਟ ਜਿਹੜੇ ਹੋਏ ਸੀਗੇ। ਆਰਟੀਕਲ ਤਾਂ ਆਪਾਂ ਕਰਨੇ ਹਜੇ ਐਕਟ ਹੋਏ ਸੀ ਜਿਹੜੇ ਆਪਣਾ ਕਿਵੇਂ ਪੋਲਿਟੀ ਕਿਵੇਂ ਬਣੀ, ਉਹ 'ਚ ਕੀ ਸੋਧਾਂ ਹੋਈਆਂ, ਕੀ ਐਕਟ ਬਣੇ। ਅੰਗਰੇਜ਼ਾਂ ਦੁਆਰਾ ਬਣਾਏ ਗਏ। ਅੰਗਰੇਜ਼ਾਂ ਦੁਆਰਾ ਕਿਹੜੇ? ਇੱਕ ਤਾਂ ਬਣਾਏ ਗਏ ਕਰਾਊਨ ਰੂਲ ਦੁਆਰਾ, ਮਤਲਬ ਰਾਣੀ ਦੁਆਰਾ। ਕੁਝ ਬਣਾਏ ਗਏ ਉਹਨਾਂ ਦੀ ਕੰਪਨੀ ਦੁਆਰਾ। ਹੁਣ ਆਪਾਂ ਪਹੁੰਚ ਚੁੱਕੇ ਸੀ 1947 ਤੱਕ। ਅੱਜ ਆਪਾਂ ਵੀਡੀਓ 'ਚ ਕਰਾਂਗੇ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ 1947, ਉਦੋਂ ਐਕਟ ਬਣਿਆ ਸੀ ਇੰਡੀਅਨ ਇੰਡੀਪੈਂਡੈਂਸ ਐਕਟ 1947 ਵੀ ਆਪਾਂ ਨੂੰ ਆਜ਼ਾਦ ਕਰ ਦੇਣਗੇ। ਕੀ ਪ੍ਰਸਤਾਵ ਰੱਖਿਆ ਸੀ ਉਹਨਾਂ ਨੂੰ ਆਜ਼ਾਦ ਕਰਨ ਦਾ। ਇਹ ਐਕਟ 'ਚ ਕੀ ਹੋਇਆ? ਇਹ ਐਕਟ ਦੇ ਵਿੱਚ 18 ਜੁਲਾਈ 1947 ਨੂੰ ਇਹ ਐਕਟ ਲਾਗੂ ਹੋਇਆ, ਸ਼ੁਰੂ ਹੋਇਆ, ਆਪਾਂ ਲੈਤਾ। ਇਹ 'ਚ ਕੀ ਹੋਇਆ? ਪਾਕਿਸਤਾਨ ਕੀ ਹੋਊਗਾ ਵੀ ਪਾਕਿਸਤਾਨ 14 ਅਗਸਤ ਨੂੰ ਆਜ਼ਾਦ ਹੋਊਗਾ ਤਾਂ ਇੰਡੀਆ 15 ਅਗਸਤ 1947। ਇਹ 'ਚ ਗੱਲ ਇਹ ਹੋਈ ਵੀ ਤੁਸੀਂ ਆਹ ਐਕਟ ਦੇ ਰਾਹੀਂ ਆਜ਼ਾਦ ਹੋ ਜਾਵੋਗੇ। 28 ਜੁਲਾਈ ਨੂੰ ਇਹ ਪਹਿਲੀ ਪ੍ਰਸਤਾਵਨਾ ਇਹਦੀ ਰੱਖੀ ਗਈ, ਪਹਿਲੀ ਉਹ ਰੱਖੀ ਗਈ ਮੰਗ। ਉਹਦੇ ਵਿੱਚ ਅੰਗਰੇਜ਼ਾਂ ਨੇ ਕੀ ਕਿਹਾ ਵੀ ਤੁਹਾਡਾ 14 ਅਗਸਤ ਨੂੰ ਤਾਂ ਪਾਕਿਸਤਾਨ ਆਜ਼ਾਦ ਕਰ ਦਿੱਤਾ ਜੀ, ਤੇ 15 ਅਗਸਤ ਨੂੰ ਭਾਰਤ ਆਜ਼ਾਦ ਕਰਤਾ। ਇਹਦੇ ਵਿੱਚ ਕੀ ਹੋਇਆ? ਪਹਿਲੇ ਗਵਰਨਰ ਆਪਣੇ ਉਦੋਂ ਗਵਰਨਮੈਂਟ ਦੇ ਪ੍ਰਾਈਮ ਮਿਨਿਸਟਰ ਕੌਣ ਸੀ? ਕਲੀਮੈਂਟ ਐਟਲੀ ਉਦੋਂ। ਤੇ ਗਵਰਨਰ ਜਨਰਲ ਕੌਣ ਸੀਗੇ? ਲਾਰਡ ਮਾਊਂਟਬੈਟਨ। ਇਹ ਕਿਹਨੂੰ ਰਿਪਰੈਜ਼ੈਂਟ ਕਰਦੇ ਸੀਗੇ? ਨੈਸ਼ਨਲ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਸੀ ਵੀ ਅਸੀਂ ਵੀ ਕੀ ਇਹਨਾਂ ਨੇ ਸਰਕਾਰ ਬਣਾਈ ਸੀ, ਇਹਨਾਂ ਨੇ ਉਹ ਪਾਰਟੀ ਬਣਾਈ ਸੀ, ਇਹਨਾਂ ਨੇ ਕੀ ਕੀਤਾ, ਉਹਨੂੰ ਨੋਮੀਨੇਟ ਕੀਤਾ, ਇਹਨਾਂ ਨੂੰ ਹੀ ਉਹ ਕਰਕੇ ਆਪਦੇ ਬੰਦੇ ਮੈਂਬਰ ਚੁਣੇ ਸੀ ਇਹਨਾਂ ਨੇ। ਤੇ ਉਹਨਾਂ 'ਚ ਆਪਦੇ ਇੱਕ ਤਾਂ ਪ੍ਰਾਈਮ ਮਿਨਿਸਟਰ ਕਲੇਮੈਂਟ ਐਟਲੀ ਤੇ ਗਵਰਨਰ ਜਨਰਲ ਕੌਣ ਸੀ? ਲਾਰਡ ਮਾਊਂਟਬੈਟਨ। ਫਿਰ ਕੀ ਹੋਇਆ? ਇਹਦੇ ਵਿੱਚ ਬ੍ਰਿਟਿਸ਼ ਰੂਲ ਨੇ ਕੀ ਕੀਤਾ? ਇੱਕ ਕੀ ਬਣਾਇਆ ਇਹਨਾਂ ਨੇ? ਇੱਕ ਆਪਾਂ ਇੰਡੀਪੈਂਡੈਂਟ ਅਤੇ ਸੋਵਰਨ ਸਟੇਟ ਘੋਸ਼ਿਤ ਕਰਤਾ, ਆਪਾਂ ਨੂੰ ਵੀ ਆਜ਼ਾਦ ਘੋਸ਼ਿਤ ਕਰਤਾ 15 ਅਗਸਤ 1947 ਨੂੰ ਇੰਡੀਆ ਨੂੰ। ਵੀ ਤੁਹਾਨੂੰ ਉਹਦੇ ਤੋਂ ਕੀ ਕਰ ਦਾਂਗੇ, ਸਾਡਾ ਰੂਲ ਖਤਮ ਹੋ ਜੂ। 15 ਅਗਸਤ 1947 ਨੂੰ ਤੁਸੀਂ ਆਜ਼ਾਦ ਹੋ ਜਾਓਗੇ, ਤੁਹਾਡਾ ਅਲੱਗ ਨੇਸ਼ਨ ਹੋਊਗਾ, ਤੁਸੀਂ ਆਪਦਾ ਜੋ ਵੀ ਕਰਨਾ ਚਾਹੋ ਕਰੋਗੇ, ਤੁਹਾਡੀ ਪਾਰਟੀ, ਤੁਹਾਡਾ ਦੇਸ਼। ਤੇ ਅਗਲੇ 'ਚ ਕੀ ਹੋਇਆ? ਪਾਰਟੀਸ਼ਨ ਦੀ ਗੱਲ ਹੋਈ ਸੀ ਆਪਣੇ, ਜਿਨ੍ਹਾਂ ਨੇ ਮੰਗ ਕੀਤੀ ਸੀਗੀ, ਮੁਹੰਮਦ ਜਿਨ੍ਹਾਂ ਨੇ। ਇਹ 'ਚ ਕੀ ਹੋਇਆ? ਜਿਹੜਾ ਪਾਰਟੀਸ਼ਨ ਕਹਿੰਦਾ 2 ਭਾਗਾਂ 'ਚ ਵੰਡਤਾ ਆਪਣਾ। ਜਿਹੜਾ ਇੰਡੀਪੈਂਡੈਂਸ ਡੋਮੀਨੈਂਸ ਲਿਖਿਆ ਸੀਗਾ ਵੀ ਆ ਸੰਵਿਧਾਨ ਲਿਖਿਆ ਸੀ, ਉਹ ਵੀ 2 ਭਾਗਾਂ 'ਚ ਦਿੱਤਾ ਤੇ ਇੰਡੀਆ ਤੇ ਪਾਕਿਸਤਾਨ ਬਣਾ ਦਿੱਤਾ। ਜਿਹੜਾ ਉਹ ਦਿੱਤਾ ਗਾ ਉਹਨੂੰ ਰਾਈਟਸ ਲਿਖ ਕੇ ਦਿੱਤੇ ਨੇ, ਉਹ ਸੇਮ ਨੇ ਪਰ ਥੋੜ੍ਹਾ ਡਿਫਰੈਂਟ ਆ, ਬਸ ਥੋੜ੍ਹਾ ਡਿਫਰੈਂਟ ਆ। ਤੇ ਉਸ ਤੋਂ ਬਾਅਦ ਕੀ ਕੀਤਾ? ਜਿਹੜੇ ਵਾਇਸਰਾਏ ਸੀਗੀ ਉਹਦੀ ਪੋਸਟ ਨੂੰ ਕੀ ਕਰਤਾ? ਖਤਮ। ਵਾਇਸਰਾਏ ਨੂੰ ਕੀ ਕਰਤਾ? ਖਤਮ। ਤੇ ਜਿਹੜੀਆਂ ਹੋਰ ਇਹਨਾਂ ਨੇ ਕੋਈ ਚੀਜ਼ਾਂ ਲਾਈਆਂ ਸੀ, ਨਵੀਂ ਆਪਦੀ ਐਡਵਾਈਸਾਂ ਦਿੰਦੇ ਸੀ, ਆ ਬ੍ਰਿਟਿਸ਼ ਕਿੰਗ ਦੀ ਐਡਵਾਈਸਾਂ ਸੀ, ਉਹ ਸਾਰੀਆਂ ਕੀ ਕਰਤੀਆਂ? ਆਪਦੀਆਂ ਸਲਾਹਾਂ ਦਿੰਦੇ ਸੀ, ਸਾਰੀਆਂ ਬੰਦ ਕਰਤੀਆਂ ਤੇ ਸਿੱਧੇ ਗਵਰਨਰ ਜਨਰਲ ਬਣਾਤੇ। ਆਪਣੇ ਇੰਡੀਆ ਦੇ ਗਵਰਨਰ ਜਨਰਲ ਬਣਾਤੇ ਜਾਂ ਕੋਈ ਹੋਰ ਬਣਾਤੇ, ਆਪਣੇ ਇੰਡੀਆ ਦੀ ਬਣਾਤੇ ਵੀ ਉਹਨਾਂ ਦੇ ਅਧੀਨ ਤੁਹਾਡਾ ਦੇਸ਼ ਆ, ਹੁਣ ਤੁਹਾਡੇ ਹੱਥ ਹੀ ਤੁਹਾਡਾ ਦੇਸ਼ ਆ। ਇਹ 'ਚ ਕੀ ਹੋਇਆ? ਪਾਰਟੀਸ਼ਨ ਵੇਲੇ ਆਪਣੇ ਕੀ ਹੋਇਆ? ਜਿਹੜੇ ਬਹੁਤ ਹੀ ਵਾਇਲੈਂਸ ਹੋਈ, ਬਹੁਤ ਹੀ ਉੱਥੇ ਕੀ ਹੋ ਗਿਆ? ਦੰਗੇ ਫਸਾਦ ਹੋਏ। ਦੰਗੇ ਫਸਾਦਾਂ 'ਚ ਕੀ ਹੋਇਆ? ਜਿਹੜੇ ਮੁਸਲਿਮ ਸੀ ਉਹ ਇੱਧਰੋਂ ਉੱਧਰ ਗਏ, ਕੁਝ ਇੱਧਰ ਆ ਗਏ, ਕੁਝ ਜਿਹੜੇ ਸਿੱਖ ਤੇ ਹਿੰਦੂ ਸੀ ਉੱਧਰੋਂ ਇੱਧਰ ਆਏ, ਉਹਨਾਂ 'ਚ ਝੜਪ ਹੋਈ ਸੀ। ਦੇਖੀ ਹੈ ਗਦਰ ਮੂਵੀ, ਉਹ 'ਚ ਸਾਰਾ ਕੁਝ ਉਹੀ ਦਿਖਾਇਆ ਗਿਆ, ਉਹੀ ਹੋਈਆਂ ਸੀ ਗੱਲਾਂ। ਇਹ 'ਚ ਆਪਣੇ ਬਹੁਤ ਹੀ ਵਾਇਲੈਂਸ ਹੋਈ ਸੀ ਨਿਊ ਕੰਟਰੀ ਬਣਾਉਣ ਲਈ ਬਹੁਤ ਲੋਕ ਮਰੇ ਸੀ, ਕਟੇ ਸੀ ਉਦੋਂ। ਤੇ ਉਹ 'ਚ ਉਦੋਂ ਬਾਅਦ ਕਿ ਪ੍ਰਿੰਸਲੀ ਸਟੇਟਾਂ ਕਿੰਨੀਆਂ ਆਪਾਂ ਨੂੰ ਆਈਆਂ? 4 ਜੂਨ 1947। 4 ਜੂਨ 1947 ਮਾਊਂਟਬੈਟਨ ਨੇ ਕਿਹਾ, ਕਾਨਫਰੰਸ ਦੇ ਵਿੱਚ ਕਿਹਾ ਵੀ ਕੁਐਸਚਨ ਸੀਗਾ ਵੀ ਪ੍ਰਿੰਸਲੀ ਸਟੇਟ ਵਿਚ ਵਾਰ ਓਵਰ ਕਿੰਨੀਆਂ ਨੇ? 570 ਜਿਹੜੀਆਂ ਕੀ ਤੁਹਾਡੇ ਚੱਲ ਰਹੀਆਂ ਪ੍ਰਿੰਸਲੀ ਸਟੇਟ, ਉਹ ਹੋ ਜਾਣਗੀਆਂ ਖਤਮ। ਉਹ ਕਿਉਂ ਖਤਮ ਹੋ ਜਾਣਗੀਆਂ? ਕਿਉਂਕਿ ਤੁਹਾਡੇ ਸਾਰੇ ਮਰਜ ਹੋ ਜਾਣਗੇ, ਇੱਕ ਨੇਸ਼ਨ ਬਣੂਗਾ, ਇੱਕ ਸਟੇਟ ਬਣ ਜੂਗੀ, ਇੱਕ ਰਾਜ ਬਣ ਜੂ ਸਾਰਾ ਇਕੱਠਾ। ਉਹ ਇੱਕ ਡੈਮੋਕ੍ਰੇਟਿਕ ਜਾਂ ਕੋਈ ਸੰਸਥਾ ਦੇ ਅਧੀਨ ਚੱਲੂਗਾ, ਮਤਲਬ ਇੱਕ ਡੈਮੋਕ੍ਰੇਸੀ ਦੇ ਅਧੀਨ ਚੱਲੂਗਾ। ਜਿਹੜੀਆਂ ਅਸੈਂਬਲੀਆਂ ਬਣਨਗੀਆਂ ਜਾਂ ਸੰਵਿਧਾਨ ਬਣੂ, ਉਹਦੇ ਅਧੀਨ ਚੱਲੂਗਾ। ਕੋਈ ਵੀ ਰਾਜਾ ਹੋਵੇ, ਕੁਛ ਵੀ ਹੋਵੇ, ਸਭ ਕੀ ਹੋਊਗਾ? ਸਭ ਨੂੰ ਬਰਾਬਰ ਦਾ ਅਧਿਕਾਰ ਹੋਊਗਾ। ਜਿਹੜੀਆਂ ਟਰੀਟੀਆਂ ਚੱਲੀਆਂ ਸੀ ਇਹਨਾਂ ਨਾਲ ਵਿਚਾਲੇ ਕੀ ਹੋਇਆ ਸੀ? ਆਪਣੇ ਇੰਡੀਆ ਤੇ ਬ੍ਰਿਟਿਸ਼ ਸਰਕਾਰ ਦੇ ਵਿਚਾਲੇ ਕੋਈ ਵੀ
ਕੋਈ ਵੀ ਜਿਹੜਾ ਕੰਟਰੈਕਟ ਹੋਏ ਸੀ, ਕੋਈ ਵੀ ਜਿਹੜਾ ਬਿਜ਼ਨਸ ਕਰਦੇ ਸੀ, ਉਹ ਕੀ ਹੋ ਚੁੱਕਿਆ ਐਂਡ, ਉਹ ਖਤਮ ਹੋ ਚੁੱਕਿਆ 15 ਅਗਸਤ 1947 ਨੂੰ। ਸਭ ਕੁਝ ਬੰਦ, ਵੀ ਅਸੀਂ ਤੁਹਾਡੇ ਤੇ ਕੋਈ ਵੀ ਤੁਹਾਡੇ ਨਾਲ ਨਾ ਵਪਾਰ ਕਰੀਏ, ਨਾ ਕੋਈ ਤੁਹਾਡੇ ਨਾਲ ਸਾਂਝ ਕੇ ਰੱਖੀਏ, ਨਾ ਹੀ ਕੋਈ ਤੁਹਾਡੇ ਤੇ ਅਸੀਂ ਕੋਈ ਦਬਾਅ ਪਾਈਏ। ਤੁਹਾਡਾ ਆਜ਼ਾਦ ਹੋ ਤੁਸੀਂ ਜਮਾਂ। ਤੇ ਇਹਦੇ ਵਿੱਚ ਕੀ ਹੋਇਆ ਵੀ ਤੁਸੀਂ ਆਪਾਂ ਨੂੰ ਨਵਾਂ ਇੱਕ ਨਿਊ ਡੋਮੀਨੈਂਸ ਤੇ ਰਿਮੇਨ ਇੰਡੀਪੈਂਡੈਂਟ ਦਾ ਅਧਿਕਾਰ ਦਿੱਤਾ, ਵੀ ਤੁਸੀਂ ਇੱਕ ਫ੍ਰੀ ਹੋ, ਆਜ਼ਾਦ ਹੋ ਬਸ। ਹੁਣ ਕੀ ਆ, ਲਾਰਡ ਮਾਊਂਟਨ ਲਾਸਟ ਵਾਇਸਰਾਏ ਸੀਗੇ। ਲਾਰਡ ਮਾਊਂਟਬੈਟਨ ਅੰਗਰੇਜ਼ਾਂ ਦੇ ਲਾਸਟ ਵਾਇਸਰਾਏ ਸੀਗੇ, ਜਿਨ੍ਹਾਂ ਨੇ ਕੀ ਕੀਤਾ ਸੀ, ਗਵਰਨਰ ਜਨਰਲ ਬਣ ਗਏ ਸੀ ਉਸ ਤੋਂ ਬਾਅਦ। ਲਾਸਟ ਵਾਇਸਰਾਏ ਸੀਗੇ ਇਹ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸੀ, ਆਪ ਹੀ ਉਹੀ ਲੀਡਰ ਕਿਹੜੇ ਬਣ ਗਏ ਸੀਗੇ, ਗਵਰਨਰ ਜਨਰਲ ਇੰਡੀਆ ਦੇ, ਗਵਰਨਰ ਜਨਰਲ ਆਫ ਇੰਡੀਆ ਦੀ ਪੋਸਟ ਤੇ ਆ ਗਏ ਸੀ। ਤੇ ਜਵਾਹਰ ਲਾਲ ਨਹਿਰੂ ਕਿਹੜੇ ਸੀ, ਪਹਿਲੇ ਪ੍ਰਾਈਮ ਮਿਨਿਸਟਰ। ਜਵਾਹਰ ਲਾਲ ਨਹਿਰੂ ਪਹਿਲੇ ਪ੍ਰਾਈਮ ਮਿਨਿਸਟਰ ਸੀਗੇ। ਤੇ ਸਰਦਾਰ ਵੱਲਭ ਭਾਈ ਪਟੇਲ ਕੀ ਸੀ, ਹੋਮ ਮਿਨਿਸਟਰ। ਹੋਮ ਮਿਨਿਸਟਰ। ਸਰਦਾਰ ਵੱਲਭ ਭਾਈ ਪਟੇਲ ਨੂੰ ਕੀ ਕਹਿੰਦਾ, ਆਇਰਨ ਮੈਨ ਆਫ ਇੰਡੀਆ। ਆਇਰਨ ਮੈਨ ਆਫ ਇੰਡੀਆ। ਇਹਨਾਂ ਦਾ ਜਨਮ ਹੋਇਆ 31 ਅਕਤੂਬਰ 1875 ਤੇ 15 ਦਸੰਬਰ 1950 ਚ ਇਹਨਾਂ ਦੀ ਮੌਤ ਹੋ ਗਈ। ਹੁਣ ਸਰਦਾਰ ਵੱਲਭ ਭਾਈ ਪਟੇਲ ਕੀ ਕਿਹਾ ਜਾਂਦਾ ਇਹਨਾਂ ਨੂੰ, ਦਾ ਆਇਰਨ ਮੈਨ। ਇਹਨਾਂ ਦੇ ਨਾਂ ਤੇ ਇੱਕ ਪੁਤਲਾ ਬਣਿਆ ਹੋਇਆ, ਦ ਯੂਨਿਟੀ ਆਫ ਇੰਡੀਆ। ਹਾਂ। ਤੇ ਉਸ ਤੋਂ ਬਾਅਦ ਆ ਗਿਆ, ਕਿੰਨੀਆਂ ਪ੍ਰਿੰਸਲੀ ਸਟੇਟ ਸੀਗੀਆਂ, 570। ਉਹਨਾਂ ਤੋਂ 560 ਕੀ ਹੋ ਗਈਆਂ 15 ਅਗਸਤ ਨੂੰ ਕੀ ਹੋ ਗਈਆਂ, ਐਕਸੀਡ ਹੋ ਗਈਆਂ। ਕੀ ਸਾਰੀਆਂ ਕੀ ਹੋ ਗਈਆਂ, ਐਕਸੀਡ। ਕਿਵੇਂ, ਜਿਹੜੀ ਜੰਮੂ ਤੇ ਕਸ਼ਮੀਰ ਸੀਗੀ 26 ਅਕਤੂਬਰ ਨੂੰ 1947 ਚ ਇੰਡੀਆ ਚ ਆ ਗਿਆ, ਵੀ ਉਹ ਰਾਜ ਖਤਮ ਹੋ ਗਈ, ਪ੍ਰਿੰਸਲੀ ਸਟੇਟ। ਜਿਹੜੀ ਜੁਨਾ ਜੂਨਾਗੜ੍ਹ ਸੀਗੀ, ਇਹ 8 ਦਸੰਬਰ 1947 ਨੂੰ। ਹੈਦਰਾਬਾਦ 13 ਸਤੰਬਰ 1947। ਇਹ ਕੀ ਹੋ ਗਈਆਂ, ਮਰਜ ਹੋ ਚੁੱਕੀਆਂ। ਫਿਰ ਆ ਗਿਆ ਪਾਕਿਸਤਾਨ। ਪਾਕਿਸਤਾਨ 'ਚ ਕੀ ਕੀ ਚੀਜ਼ ਸੀਗੀ, ਜਿਹੜਾ ਮੁਹੰਮਦ ਅਲੀ ਜਿਨ੍ਹਾਂ ਨੇ ਮੰਗ ਰੱਖੀ ਸੀ, ਉਹ ਕੀ ਬਣ ਗਏ ਸੀ, ਕਿ ਗਵਰਨਰ ਜਨਰਲ। ਇੱਕ ਗਵਰਨਰ ਜਨਰਲ ਆਫ ਪਾਕਿਸਤਾਨ। ਜਿਵੇਂ ਆਪਣੇ ਗਵਰਨਰ ਜਨਰਲ ਆਫ ਕਿਹੜੇ ਕੌਣ ਬਣੇ ਸੀਗੇ, ਗਵਰਨਰ ਜਨਰਲ ਆਫ ਇੰਡੀਆ ਕੌਣ ਬਣ ਗਏ ਸੀਗੇ, ਲਾਰਡ ਮਾਊਂਟਬੈਟਨ। ਉਵੇਂ ਇਹਨਾਂ ਦੇ ਮੁਹੰਮਦ ਅਲੀ ਜਿਨਾ ਤੇ ਲਿਆਕਤ ਅਲੀ ਖਾਨ ਕੀ ਬਣ ਗਏ ਸੀ, ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ। ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ। ਇਹ ਮੁਹੰਮਦ ਅਲੀ ਜਿਨਾ, ਆਹ ਲਿਆਕਤ ਅਲੀ ਖਾਨ, ਇਹ ਪ੍ਰਾਈਮ ਮਿਨਿਸਟਰ ਬਣ ਗਏ ਸੀ ਤੇ ਇਹ ਜਨਰਲ ਬਣ ਗਏ ਸੀ, ਗਵਰਨਰ ਜਨਰਲ। ਹੁਣ ਆ ਗਿਆ ਆਪਣੇ ਕੌਂਸਟੀਟਿਊਸ਼ਨ ਅਸੈਂਬਲੀਆਂ ਆਫ ਇੰਡੀਆ। ਅਸੈਂਬਲੀਆਂ ਕਿਹੜੀਆਂ ਕਿਹੜੀਆਂ, ਕਿਵੇਂ ਕਿਵੇਂ ਆਪਾਂ ਨੂੰ ਅਸੈਂਬਲ ਕੀਤਾ ਗਿਆ, ਉਹ ਚੀਜ਼ਾਂ ਦੱਸੀਆਂ ਆਪਾਂ ਨੂੰ। ਕਿੰਨੀਆਂ ਸੀਟਾਂ ਅਲੋਟਡ ਕੀਤੀਆਂ ਤੇ ਕਿੰਨੀਆਂ ਖੜੇ ਹੋਣਗੇ, ਕਿਹੜੇ ਬੰਦੇ ਕਿਵੇਂ ਹੋਣਗੇ, ਉਹ ਗੱਲ ਹੋਈ। ਲੀਗਲ ਐਡਵਾਈਜ਼ਰ ਕੌਣ ਸੀਗੇ, ਬੀ ਨਰਸਿੰਘ ਰਾਓ। ਬੈਂਗਲ ਨਰਸਿੰਘ ਰਾਓ, ਪੂਰਾ ਨਾਮ ਇਹਦਾ ਬੈਂਗਲ ਨਰਸਿੰਘ ਰਾਓ। ਤੇ ਸਟਰਕਚਰ, ਕਿੰਨੀਆਂ ਸੀਟਾਂ ਕੁੱਲ ਸੀਗੀਆਂ, 399। ਦਸੰਬਰ 1946 ਜੂਨ ਤੱਕ ਕਿੰਨੀਆਂ ਸੀਗੀਆਂ, 399। 1947 ਦੀ ਗੱਲ ਹੋਈ ਹੈ, ਜੂਨ 1947, 46 ਤੋਂ ਲੈ ਕੇ 1947 ਤੱਕ। ਤੇ ਇਹ 'ਚ ਕੀ ਹੋਇਆ, 299 ਹੋਈਆਂ ਕਿ 299 ਜੂਨ 1947 ਤੋਂ ਬਾਅਦ 1950 ਤੱਕ ਸੀਗੀ। 1950 ਤੱਕ ਪਹਿਲਾਂ ਇੰਨੀਆਂ ਰੱਖੀਆਂ, ਫਿਰ ਇੰਨੀਆਂ ਸੀਟਾਂ ਹੋਈਆਂ, ਕਿਉਂਕਿ ਮਰਜ ਹੋ ਚੁੱਕੇ ਸੀ ਜਿਹੜੇ ਇਲਾਕੇ, ਕੁਝ ਪ੍ਰਿੰਸਲੀ ਸਟੇਟ ਸੀਗੀਆਂ ਉਹ ਮਰਜ ਹੋ ਚੁੱਕੇ ਸੀ। ਕਿਉਂਕਿ ਆਜ਼ਾਦ ਹੋਣ ਤੋਂ ਪਹਿਲਾਂ ਤਾਂ ਉਨੇ ਸੀਗੇ, ਜਦੋਂ ਆਜ਼ਾਦ ਹੋ ਗਿਆ ਤਾਂ 299 ਰਹਿ ਗਏ ਆਪਣੇ ਕੋਲ। ਕੁਝ ਪਾਕਿਸਤਾਨ ਕੋਲੇ ਵਗ ਗਈਆਂ ਸੀ ਆਪਣੀਆਂ ਸੀਟਾਂ। ਤੇ ਉਹ 'ਚੋਂ ਜਿਹੜੇ 299 ਸੀਗੇ, ਉਹ 'ਚੋਂ ਕਿਹੜੀਆਂ ਕਿਹੜੀਆਂ ਸੀਟਾਂ ਕਿਹਨੇ ਲੈਤੀਆਂ, 208 ਸੀਟਾਂ ਤਾਂ ਕਿਹਨੇ ਲੈਤੀਆਂ, ਕਾਂਗਰਸ ਨੇ। ਤੇ 73 ਸੀਟਾਂ ਕਿਹਨੇ ਲੈਤੀਆਂ, ਮੁਸਲਿਮ ਲੀਗ ਨੇ। ਤੇ ਅਦਰ ਸੀਟਾਂ ਬਾਕੀ ਜਿਹੜੇ ਹੋਰ ਆਜ਼ਾਦ ਖੜੇ ਸੀ ਜਾਂ ਹੋਰ ਸੀ, ਉਹਨਾਂ ਨੂੰ 15। ਤੇ ਪ੍ਰਿੰਸਲੀ ਸਟੇਟ ਜਿੱਥੋਂ ਦੇ ਰਾਜੇ ਸੀ, ਉਹਨਾਂ ਨੂੰ ਕਿੰਨੀਆਂ ਦਿੱਤੀਆਂ, 93 ਸੀਟਾਂ। ਆਹ ਬਾਕੀ ਸਾਰੇ ਤਾਂ ਇਲੈਕਟਡ ਹੋਏ ਸੀਗੇ। ਜਿਹੜੇ ਪ੍ਰਿੰਸਲੀ ਸਟੇਟ ਵਾਲੇ ਸੀ, ਇਹ ਇਲੈਕਟਡ ਨਹੀਂ ਹੋਏ ਸੀ, ਇਹ ਕੀ ਹੋਏ ਸੀਗੇ, ਸਰਬਸੰਮਤੀ ਨਾਲ ਬਣਾਏ ਗਏ ਸੀ। ਮਤਲਬ ਚਾਰ, ਕੋਈ ਵੀ ਰਾਜ ਆ, ਰਾਜ ਦੇ ਉਹਨਾਂ ਨੂੰ ਏਰੀਆ ਦੇ ਦਿੰਦੇ ਵਿੱਚ, ਉੱਥੇ 4 ਰਾਜੇ ਨੇ, ਉਹ 4 ਰਾਜੇ ਕੀ ਕਰਦੇ ਸੀ, ਵੀ ਇੱਕ ਬੰਦੇ ਨੂੰ ਕੀ ਕਰਦੇ ਸੀ, ਆਪਦੀ ਗੱਲ ਬਾਤ ਕਰਕੇ, ਮੀਟਿੰਗ ਕਰਕੇ ਉਹਨਾਂ ਨੂੰ ਕਹਿ ਦਿੰਦੇ ਸੀ ਵੀ ਆਪਾਂ ਇਹਨੂੰ ਪ੍ਰਧਾਨ ਬਣਾਉਣਾ, ਬਸ ਉਹ ਬਣਾ ਦਿੰਦੇ, ਇਹਨੂੰ ਕੀ MLA ਦੀ ਸੀਟ ਦੇ ਦੇਣੀ। ਤੇ ਇੱਧਰ ਕੀ ਹੋਇਆ, ਜਿਹੜੇ ਦੂਜੇ ਸੀਗੇ ਉਹ ਇਲੈਕਟ ਹੋਏ ਸੀ, ਇੱਧਰ ਕੀ ਹੋਇਆ, ਲੀਡਰ ਕਿਹੜੇ ਕਿਹੜੇ ਸੀ ਉਦੋਂ ਆਪਣੇ, ਟੈਂਪਰੇਰੀ ਚੇਅਰਮੈਨ। ਜਦੋਂ ਆਪਣੇ 1906 ਉਹ ਤੋਂ ਪਹਿਲਾਂ ਆਜ਼ਾਦ ਹੋਣ ਤੋਂ ਬਾਅਦ ਵੀ ਕੋਈ ਵੀ ਇਲੈਕਟਡ ਨਹੀਂ ਹੋਇਆ ਸੀ, ਵੋਟਾਂ ਪੈਣ ਤੋਂ ਪਹਿਲਾਂ ਕਿਹੜੇ ਬਣਾਏ ਗਏ ਸੀ, ਸਚਿਦਾਨੰਦ ਸਿਨਹਾ। ਇਹ ਕੀ ਸੀ, ਕਾਂਗਰਸ ਤੋਂ ਬਿਲੋਂਗ ਕਰਦੇ ਸੀ। ਇਹਨਾਂ ਨੂੰ ਕੀ ਬਣਾਇਆ ਗਿਆ ਸੀ, ਟੈਂਪਰੇਰੀ ਚੇਅਰਮੈਨ ਬਣਾਇਆ ਗਿਆ ਸੀ।
ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਇੱਕ ਤਰ੍ਹਾਂ ਦਾ। ਫਿਰ ਆ ਗਏ ਪ੍ਰੈਜ਼ੀਡੈਂਟ ਕੌਣ ਬਣਿਆ, ਪੱਕੇ ਤੌਰ ਤੇ ਚੇਅਰਮੈਨ ਕੌਣ ਬਣਿਆ, ਡਾਕਟਰ ਰਜਿੰਦਰ ਪ੍ਰਸਾਦ, ਜਿਹੜੇ ਕਿ ਹੋਏ ਸੀ ਵੋਟਾਂ ਪਾ ਕੇ ਜਿੱਤੇ ਗਏ ਸੀ, ਡਾਕਟਰ ਰਜਿੰਦਰ ਪ੍ਰਸਾਦ। ਫਿਰ ਆ ਗਿਆ ਚੇਅਰਮੈਨ ਆਫ ਡਰਾਫਟਿੰਗ ਕਮੇਟੀ, ਚੇਅਰਮੈਨ ਆਫ ਡਰਾਫਟਿੰਗ ਕਮੇਟੀ। ਇਹ 'ਚ ਕੀ ਹੋਇਆ, ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀ, ਬੀ ਆਰ ਅੰਬੇਦਕਰ, ਬੀ ਆਰ ਅੰਬੇਦਕਰ, ਡਾਕਟਰ ਭੀਮ ਰਾਓ ਅੰਬੇਦਕਰ। ਇਹਨਾਂ ਨੇ ਕੀ ਬਣਾਇਆ ਸੀ, ਡਰਾਫਟਿੰਗ ਕਮੇਟੀ, ਮਤਲਬ ਕੋਈ ਲਿਖਤ ਪੜ੍ਹ ਵਾਲਾ ਜਾਂ ਕੀ ਉਹ ਬਣਾਉਣੇ ਆ ਉਹ ਕੌਨਸਟੀਟਿਊਸ਼ਨ ਬਣਾਉਣਾ ਲਿਖਣਾ, ਉਹ ਸਾਰਾ ਕੁਝ ਇਹਨਾਂ ਨੇ ਕੀਤਾ ਸੀ। ਤੇ ਵਾਈਸ ਪ੍ਰੈਜ਼ੀਡੈਂਟ ਕੌਣ ਸੀਗੇ, ਵਾਈਸ ਪ੍ਰੈਜ਼ੀਡੈਂਟ ਹਰਿੰਦਰਾ ਕੁੰਵਰ ਮੁਖਰਜੀ, ਐਚ ਸੀ ਮੁਖਰਜੀ ਕਹਿ ਦਿੰਦੇ ਆ। ਲੀਗਲ ਐਡਵਾਈਜ਼ਰ, ਲੀਗਲ ਐਡਵਾਈਜ਼ਰ ਕੌਣ ਸੀ, ਬੀ ਐਨ ਰਾਓ। ਜਿਹੜੇ ਲੀਗਲ ਐਡਵਾਈਜ਼ਰ ਆਪਾਂ ਪਹਿਲਾਂ ਪੜ੍ਹ ਕੇ ਗਏ, ਬੀ ਐਨ ਰਾਓ, ਨਰਸਿੰਘ ਰਾਓ। ਹੁਣ ਇਹ 'ਚ ਕਿਹੜੀ ਗੱਲ ਹੋਈ ਵੀ ਸਾਰਿਆਂ ਤੋਂ ਪੁਰਾਣੇ ਮੈਂਬਰ, ਓਲਡੈਸਟ ਮੈਂਬਰ, ਜ਼ਿਆਦਾ ਉਮਰ ਦੇ ਕੌਣ ਸੀਗੇ, ਡਾਕਟਰ ਸਚਿਦਾਨੰਦ ਸਿਨਹਾ। ਕੀ ਬਣਾਏ ਗਏ ਸੀ, ਇੱਕ ਪ੍ਰੈਜ਼ੀਡੈਂਟ ਬਣਾਏ ਗਏ ਸੀ, ਜਿਹੜੇ ਕੱਚੇ ਤੌਰ ਤੇ ਬਣਾਏ ਗਏ ਸੀ ਵੀ ਉਹ ਵਾਇਸਰਾਏ ਦੁਆਰਾ ਨਹੀਂ ਬਣਾਏ ਗਏ ਸੀ, ਉਹ ਅਸੈਂਬਲੀ ਦੁਆਰਾ ਬਣਾਏ ਗਏ ਸੀਗੇ। ਵਾਇਸਰਾਏ ਨੇ ਨਹੀਂ ਬਣਾਏ, ਉਹ ਅਸੈਂਬਲੀ ਦੁਆਰਾ ਬਣਾਏ ਗਏ ਸੀ। ਤੇ ਫਿਰ ਆ ਗਿਆ ਪਹਿਲਾ ਜਿਹੜਾ ਫਸਟ ਸੈਸ਼ਨ ਹੋਇਆ ਸੀ ਜਾਂ ਮੀਟਿੰਗ ਹੋਈ ਸੀ ਇਹਨਾਂ ਦੀ ਸਰਕਾਰਾਂ ਦੀ, ਉਹ 207 ਮੈਂਬਰ ਉਹ 'ਚ ਭਾਗ ਲੈਤੇ ਸੀ, 207 ਜਣਿਆਂ ਨੇ 299 ਚੋਂ। ਉਹ 'ਚ ਕੀ ਜਿਹੜੇ ਮੁਸਲਿਮ ਲੀਗ ਸੀਗੇ ਸਾਰੇ ਕੀ ਕਰ ਗਏ ਸੀ, ਬਾਈਕਾਟ। ਉਹ ਕਹਿੰਦੇ ਸੀ ਇਹ ਮੀਟਿੰਗ 'ਚ ਹਿੱਸਾ ਨਹੀਂ ਲੈਣਾ, ਅਲੱਗ ਨੇਸ਼ਨ ਚਾਹੀਦਾ ਸਾਨੂੰ। ਉਸ ਤੋਂ ਬਾਅਦ 11 ਦਸੰਬਰ ਡਾਕਟਰ ਰਜਿੰਦਰ ਪ੍ਰਸਾਦ, 11 ਦਸੰਬਰ ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ 1947 'ਚ ਕੀ ਕਰ ਲਿਆ ਸੀ, ਇੱਕ ਇਲੈਕਸ਼ਨ ਦੁਬਾਰਾ ਚੁਣ ਕੇ ਪਰਮਾਨੈਂਟ ਚੇਅਰਮੈਨ ਆਫ ਅਸੈਂਬਲੀ, ਚੇਅਰਮੈਨ ਬਣਾਉਂਦੇ ਸੀ, ਇੱਕ ਪ੍ਰੈਜ਼ੀਡੈਂਟ ਬਣਾਉਂਦੇ ਸੀ। ਪਹਿਲੇ ਪ੍ਰੈਜ਼ੀਡੈਂਟ ਪੱਕੇ ਤੌਰ ਤੇ ਕੌਣ ਬਣੇ ਸੀ, ਆਪਣੇ ਡਾਕਟਰ ਰਜਿੰਦਰ ਪ੍ਰਸਾਦ। ਅੱਗੇ ਆਪਣਾ ਹੈਗਾ ਕੌਨਸਟੀਟਿਊਸ਼ਨ ਮੇਕਿੰਗ ਪ੍ਰੋਸੈਸ ਆਫ ਇੰਡੀਆ। ਆਪਣਾ ਸੰਵਿਧਾਨ ਕਿਵੇਂ ਲਿਖਿਆ, ਕਿਵੇਂ ਹੋਇਆ, ਉਹ 'ਚ ਕੀ ਕੀ ਹੋਇਆ। ਇੰਟਰੋਡਕਸ਼ਨ ਪਹਿਲੀ ਹੈਗੀ ਇੰਟਰੋਡਕਸ਼ਨ। ਇਹ 'ਚ ਕੀ ਹੋਇਆ, ਜਾਂ ਕੌਨਸਟੀਟਿਊਸ਼ਨ ਆ ਉਹ ਸੁਪਰੀਮ ਲਾ ਆਫ ਇੰਡੀਆ, ਇੰਡੀਆ ਦਾ ਇੱਕ ਲਾ ਹੋਊਗਾ ਜਿਹੜਾ ਕਿ ਸਾਰੀਆਂ ਗੱਲਾਂ ਬਾਰੇ ਦੱਸੋ ਵੀ ਕੀ ਕਰਨਾ, ਕਿਵੇਂ ਲੋਕ ਰਹਿਣਗੇ, ਕੀ ਕੋਈ ਗਲਤੀਆਂ ਤੋਂ ਕੋਈ ਜਾਂ ਕੋਈ ਗੁਨਾਹ ਹੁੰਦੇ ਆ ਜਾਂ ਕੋਈ ਚੀਜ਼ ਹੋਰ ਹੁੰਦੀ ਆ ਵੀ ਆਪਾਂ ਨਵੀਂ ਚੀਜ਼ ਲੈ ਕੇ ਆਉਣੀ ਆ, ਸਾਰਿਆਂ ਲੋਕਾਂ ਨੂੰ ਬੈਲੈਂਸ ਕਰਨ ਦੇ ਲਈ, ਲੋਕਾਂ ਨੂੰ ਇਕੱਠੇ ਰਹਿਣ ਦੇ ਲਈ ਇੱਕ ਕੌਨਸਟੀਟਿਊਸ਼ਨ ਲਾ ਬਣਾਇਆ ਗਿਆ, ਇਹਨੂੰ ਸੁਪਰੀਮ ਲਾ ਕਹਿ ਦਿੰਦੇ ਆ। ਆਪਣਾ ਜਿਹੜਾ ਕੌਨਸਟੀਟਿਊਸ਼ਨ ਆ ਲੌਂਗੈਸਟ ਰਿਟਨ ਕੌਨਸਟੀਟਿਊਸ਼ਨ, ਸਭ ਤੋਂ ਲੰਬਾ ਕੌਨਸਟੀਟਿਊਸ਼ਨ ਆਪਣਾ ਵਰਲਡ ਦੇ ਵਿੱਚੋਂ ਵੀ ਲੰਮਾ ਸੰਵਿਧਾਨ ਆ, ਸਭ ਤੋਂ ਵੱਡਾ ਸੰਵਿਧਾਨ। 448 ਤਾਂ ਆਰਟੀਕਲ ਨੇ 'ਚ, 25 ਉਹਦੇ ਪਾਰਟ ਨੇ ਤੇ 12 ਉਹ 'ਚ ਸ਼ਡਿਊਲ ਨੇ ਤੇ 101 ਅਮੈਂਡਮੈਂਟ ਨੇ, ਸੋਧਾਂ ਨੇ, 101 ਅਮੈਂਡਮੈਂਟਸ ਨੇ। ਤੇ ਹੁਣ ਕੀ ਹੋ ਗਿਆ, ਜਿਹੜੇ ਕਹਿੰਦੇ ਕੈਬਨਿਟ ਦੇ ਸੈਸ਼ਨ ਮਿਸ਼ਨ ਸੀਗਾ ਕਿ 16 ਮਈ, ਕੈਬਨਿਟ ਮਿਸ਼ਨ ਪਲਾਨ 16 ਮਈ 1946 ਦੇ ਵਿੱਚ ਕੀ ਪ੍ਰਪੋਜ਼ ਕੀਤਾ, ਇੱਕ ਕੌਨਸਟੀਟਿਊਸ਼ਨ ਅਸੈਂਬਲੀ ਕੀ ਹੋਊਗੀ ਤੁਹਾਡੇ ਇੱਥੇ ਬਣਾਈ ਜਾਊਗੀ ਇੰਡੀਆ ਦੀ। ਕਦੋਂ, 16 ਮਈ 1946 'ਚ ਕੀ ਇੱਕ ਪ੍ਰਪੋਜ਼ਲ ਰੱਖਿਆ ਗਿਆ। ਉਹ ਕਿਹਨੇ ਰੱਖਿਆ ਗਾ, ਐਮ ਐਨ ਰਾਓ ਨੇ, ਐਮ ਐਨ ਰਾਓ ਨੇ। ਤੇ ਡਾਕਟਰ ਬੀ ਆਰ ਅੰਬੇਦਕਰ, ਭੀਮ ਰਾਓ ਅੰਬੇਦਕਰ ਕੀ ਨੇ, ਉਹਨਾਂ ਦੇ ਚੀਫ ਆਰਕੀਟੈਕਟ, ਮਤਲਬ ਉਹਦਾ ਇਹ ਇੱਕ ਉਹਨਾਂ ਦੇ ਪਿਤਾਮਾ ਨੇ ਉਹਨਾਂ ਨੂੰ ਲਿਖਣ ਵਾਲੇ ਜਾਂ ਲਿਖਣ ਵਾਲੇ ਜਾਂ ਬਣਾਉਣ ਵਾਲੇ ਕੌਣ ਨੇ, ਕੌਨਸਟੀਟਿਊਸ਼ਨ ਸੰਵਿਧਾਨ ਨੂੰ ਡਾਕਟਰ ਭੀਮ ਰਾਓ ਅੰਬੇਦਕਰ, ਇਹਨਾਂ ਨੇ ਬਣਾਇਆ। ਆਪਣਾ ਜਿਹੜਾ ਕੌਨਸਟੀਟਿਊਸ਼ਨ ਆਪਾਂ ਕਿੱਥੋਂ ਲੈਤਾ, ਯੂ ਐਸ ਏ ਤੋਂ। ਜ਼ਿਆਦਾਤਰ ਰਿਟਨ ਕਿੱਥੋਂ ਸਟਾਰਟ ਕੀਤਾ ਆਪਾਂ, ਯੂ ਐਸ ਏ ਤੋਂ। ਵਿਚ ਹੈਡ ਅਡੋਪਟ ਫਸਟ ਐਵਰ ਰਿਟਨ ਕੌਨਸਟੀਟਿਊਸ਼ਨ, ਆਪਾਂ ਪਹਿਲਾਂ ਲਿਖਣ ਵੇਲੇ ਕਿੱਥੋਂ ਲੈਤਾ ਕੌਨਸਟੀਟਿਊਸ਼ਨ, ਉੱਥੋਂ। ਵਰਲਡ ਦਾ ਜਿਹੜੇ ਕਿ ਸਿਵਲ ਵਾਰ ਤੋਂ ਬਾਅਦ 1776 ਦੇ ਵਿੱਚ ਉਹਨਾਂ ਨੇ ਕੀ ਕੀਤਾ, ਕੌਨਸਟੀਟਿਊਸ਼ਨ ਆਪਦਾ ਬਣਾਇਆ ਸੀ। ਆਪਾਂ ਉਹ ਕੌਨਸਟੀਟਿਊਸ਼ਨ ਭਾਗ ਆਪਣੇ ਵਿੱਚ ਐਡ ਕੀਤਾ, ਯੂ ਐਸ ਏ ਤੋਂ ਲੈਤਾ। ਹੁਣ ਪ੍ਰੋਸੈਸ ਕੀ ਚੱਲਿਆ ਵੀ ਬਹੁਤ ਮੀਟਿੰਗਾਂ ਤੇ ਕਮੇਟੀਆਂ ਬਣਾਉਣ ਤੋਂ ਬਾਅਦ ਕੀ ਹੋਇਆ, ਇਹਨਾਂ ਨੇ ਫੈਸਲਾ ਲੈਤਾ ਵੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਹੋਣਗੇ, ਡਾਕਟਰ ਬੀ ਆਰ ਅੰਬੇਦਕਰ ਤੇ ਉਹਦੇ ਕੁਝ ਮੈਂਬਰ, ਉਹਨਾਂ ਦੇ ਕੁਝ ਮੈਂਬਰ ਕੀ ਕਰਨਗੇ, ਉਹ ਕਮੇਟੀ ਨੂੰ ਚਲਾਉਣਗੇ ਤੇ ਜੋ ਵੀ ਕੁਝ ਐਡ ਕਰਨਾ ਜਾਂ ਕੋਈ ਉਹ 'ਚੋਂ ਡਿਲੀਟ ਕਰਨਾ, ਕੋਈ ਵੀ ਅਥਾਰਟੀ ਐਡ ਕਰਨੀ ਆ, ਕੋਈ ਵੀ ਮੋਡੀਫਾਈ ਡਿਲੀਟ ਕਰਨਾ ਜਾਂ ਕੋਈ ਹੋਰ ਸਬਮਿਟ ਲੈ ਕੇ ਆਉਣੀ ਆ, ਉਹ ਇਹਨਾਂ ਦੁਆਰਾ ਕਰੀ ਜਾਊਗੀ। ਜਿਹੜੇ ਬੀ ਆਰ ਅੰਬੇਦਕਰ ਦੇ ਉੱਥੇ ਚੇਅਰਮੈਨ ਸੀ, ਦੇ ਨਾਲ ਉਹਦੇ ਮੈਂਬਰ ਨੇ ਕੀ ਕਰਨਗੇ, ਸਹਾਇਤਾ ਕੋਈ ਵੀ ਨਵੀਂ ਚੀਜ਼ ਐਡ ਕਰਨ ਤੇ ਪੁਰਾਣੀ ਚੀਜ਼ ਡਿਲੀਟ ਕਰਨ ਤੇ ਉਹਨਾਂ 'ਚੋਂ ਕੀ ਕੀਤਾ, ਸਿਗਨੇਚਰ ਕਰਾਏ, ਕਦੋਂ ਕਰਾਏ ਸਿਗਨੇਚਰ, ਕਿਹਦੇ, ਰਾਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਦੇ, ਰਾਸ਼ਟਰਪਤੀ ਦੇ ਕੀ ਕਰਾਏ, ਸਾਈਨ ਕਰਾ ਕੇ ਅਸੈਂਬਲੀ ਤੇ, ਕੌਨਸਟੀਟਿਊਸ਼ਨ ਅਸੈਂਬਲੀ ਤੇ ਕਦੋਂ ਕਰਾਏ, ਨਵੰਬਰ 1946, ਨਵੰਬਰ 26 ਨਵੰਬਰ 1949 'ਚ। ਇਹ ਕੀ ਇੱਕ ਡਰਾਫਟ ਬਣਾ ਲਿਆ, ਰੈਫਰ ਕਰਤਾ ਵੀ ਡੇਟ ਪਾਸਿੰਗ ਹੋ ਚੁੱਕੀ ਹੈ, ਵੀ ਕਦੋਂ ਆਪਾਂ ਉਹ ਕਰਾਂਗੇ, 26 ਨਵੰਬਰ 1949 ਨੂੰ।
ਕੀ ਕਰ ਦਾਂਗੇ ਆਪਾਂ, ਆਪਦਾ ਸੰਵਿਧਾਨ ਘੋਸ਼ਿਤ ਕਰ ਦਾਂਗੇ, ਪੜ੍ਹ ਕੇ ਸੁਣਾ ਦਾਂਗੇ। ਉਹ 'ਚ ਕੀ ਹੋਇਆ, ਕਿਹੜੇ ਕਿਹੜੇ ਆਰਟੀਕਲ 5 6 7 8 9 60 324 366 367 379 380 388 391 392 393 ਅਤੇ 394 ਕੌਂਸਟੀਟਿਊਸ਼ਨ ਇੱਕ ਇਹਨਾਂ ਦਾ ਤਾਂ ਬਣ ਚੁੱਕਿਆ ਸੀ। ਫੋਰਸਲੀ ਕਦੋਂ ਕਰਤੇ ਇਹਨਾਂ ਨੇ, 26 ਨਵੰਬਰ 1949 ਨੂੰ ਕੀ ਕਰਤੇ, ਘੋਸ਼ਿਤ ਕਰਤੇ, ਦੱਸ ਦਿੱਤੇ। ਪਰ ਜਿਹੜੇ ਬਾਕੀ ਆਰਟੀਕਲ ਬਚ ਗਏ ਸੀ ਉਹ ਕਦੋਂ, 26 ਜਨਵਰੀ 1950 ਨੂੰ, 26 ਜਨਵਰੀ 1950 ਨੂੰ ਕੀ ਕੀਤੇ, ਸੁਣਾਏ ਗਏ, ਪੜ੍ਹ ਕੇ ਸੁਣਾਏ ਗਏ ਤੇ ਲਾਗੂ ਕਰੇ ਗਏ। ਤੇ ਹੁਣ ਪ੍ਰੋਸੈਸ, ਜਿਹੜੇ ਟੋਟਲ 23 ਕਮੇਟੀਆਂ ਸੀਗੀਆਂ, 8 ਮੇਜਰ ਸੀ, 15 ਮਾਈਨਰ ਕਮੇਟੀ ਸੀ। ਇਹਨਾਂ 'ਚ ਆਪਾਂ ਟੋਟਲ 23 ਕਮੇਟੀਆਂ ਸੀਗੀਆਂ ਤੇ 8 ਮੇਜਰ ਸੀਗੀਆਂ ਤੇ 15 ਮਾਈਨਰ ਛੋਟੀਆਂ ਸੀਗੀਆਂ। ਤੇ ਕਮੇਟੀਆਂ ਕਿਹੜੀਆਂ ਹੋਣਗੀਆਂ ਤੇ ਚੇਅਰਮੈਨ ਕੌਣ ਹੋਣਗੇ। ਯੂਨੀਅਨ ਪਾਵਰ ਕਮੇਟੀ, ਇਹਦੇ ਚੇਅਰਮੈਨ ਕੌਣ ਸੀਗੇ, ਜਵਾਹਰ ਲਾਲ ਨਹਿਰੂ। ਫੰਡਾਮੈਂਟਲ ਰਾਈਟਸ ਐਂਡ ਮਾਈਨੋਰਿਟੀ ਕਮੇਟੀ ਪਟੇਲ ਕਮੇਟੀ, ਇਹਨੂੰ ਕੀ ਕਹਿੰਦੇ ਆ, ਵੱਲਭ ਭਾਈ ਪਟੇਲ ਇਹਦੇ ਚੇਅਰਮੈਨ ਸੀ। ਪ੍ਰੋਵਿੰਸ਼ਲੀ ਕੌਂਸਟੀਟਿਊਸ਼ਨਲ ਕਮੇਟੀ, ਪ੍ਰੋਵਿੰਸ਼ਲੀ ਕੌਂਸਟੀਟਿਊਸ਼ਨ ਕਮੇਟੀ, ਇਹਦੇ ਵੀ ਕੀ ਸੀਗੇ, ਵੱਲਭ ਭਾਈ ਪਟੇਲ ਹੀ ਚੇਅਰਮੈਨ ਸੀਗੇ। ਯੂਨੀਅਨ ਕੌਂਸਟੀਟਿਊਸ਼ਨ ਕਮੇਟੀ, ਇਹਦੇ ਕੌਣ ਸੀਗੇ, ਜਵਾਹਰ ਲਾਲ ਨਹਿਰੂ, ਜਵਾਹਰ ਲਾਲ ਨਹਿਰੂ। ਆਹ ਦੋ ਚੀਜ਼ਾਂ ਤੇ ਹੋ ਗਈਆਂ, ਯੂਨੀਅਨ ਪਾਵਰ ਕਮੇਟੀ ਤੇ ਯੂਨੀਅਨ ਕੌਂਸਟੀਟਿਊਸ਼ਨ ਕਮੇਟੀ। ਯੂਨੀਅਨ ਵਾਲੀਆਂ ਦੋਨੀਆਂ ਕਿਹਦੇ ਕੋਲ ਹੋ ਗਈਆਂ, JL ਨਹਿਰੂ, ਜਵਾਹਰ ਲਾਲ ਨਹਿਰੂ ਕੋਲੇ। ਤੇ ਫੰਡਾਮੈਂਟਲ ਰਾਈਟ ਐਂਡ ਮਾਈਨੋਰਿਟੀ ਕਮੇਟੀ ਤੇ ਪ੍ਰੋਵਿੰਸ਼ਲੀ ਕੌਂਸਟੀਟਿਊਸ਼ਨ, ਇਹ ਦੋਨੇ ਕਿਹਦੇ ਹੋ ਗਏ ਆ, ਵੱਲਭ ਭਾਈ ਪਟੇਲ ਕੋਲੇ, ਵੱਲਭ ਭਾਈ ਪਟੇਲ ਕੋਲੇ। ਤੇ ਡਰਾਫਟਿੰਗ ਕਮੇਟੀ ਕਿਹਦੇ ਕੋਲ ਸੀ, BR ਅੰਬੇਦਕਰ। ਡਰਾਫਟਿੰਗ ਮਤਲਬ ਲੇਖਾ ਜੋਖਾ ਪੜ੍ਹਿਆ ਲਿਖਿਆ ਜਿਹੜਾ ਕੌਂਸਟੀਟਿਊਸ਼ਨ ਬਣਾਇਆ ਡਰਾਫਟ, ਉਹ ਕਿਹਦੇ ਕੋਲ ਸੀ, BR ਅੰਬੇਦਕਰ ਕੋਲੇ। ਤੇ ਜਿਹੜੀ ਫਲੈਗ ਕਮੇਟੀ ਕਿਹਦੇ ਕੋਲੇ ਸੀਗੀ, JB ਕ੍ਰਿਪਲਾਨੀ। ਤੇ ਸਟੀਅਰਿੰਗ ਕਮੇਟੀ ਕਿਹਦੇ ਕੋਲ ਸੀ, ਰਜਿੰਦਰ ਪ੍ਰਸਾਦ। ਡਰਾਫਟਿੰਗ ਕਮੇਟੀ ਆਫ ਦੀ ਕੌਂਸਟੀਟਿਊਸ਼ਨ ਅਸੈਂਬਲੀ, ਇਹ 'ਚ ਕੀ ਹੋਇਆ, ਕਿਹੜੀਆਂ ਗੱਲਾਂ ਹੋਈਆਂ ਇਹ 'ਚ, ਡਰਾਫਟਿੰਗ ਕਮੇਟੀ ਸਿੰਸ ਟਾਸਕ ਦੀ ਐਵਰੀ ਇੰਪੋਰਟੈਂਟ ਰਿਸਪੋਂਸੀਬਿਲਿਟੀ ਬੋਰਡ ਦੇ, ਇਹ 'ਚ ਹਰੇਕ ਬੰਦੇ ਦੀ ਰਿਸਪੋਂਸੀਬਿਲਿਟੀ ਸੀ ਵੀ ਆਪਾਂ ਕਿਵੇਂ ਬਣਾਉਣਾ, ਕਿਵੇਂ ਡਰਾਫਟ ਬਣਾਉਣੇ ਆ, ਕੀ ਹਰੇਕ ਦਾ ਮੇਜਰ ਰੋਲ ਸੀ, ਕਿਹੜੇ ਵਰਡਿੰਗ ਯੂਜ਼ ਕਰਨੀ ਇਹਦੇ ਵਿੱਚ। ਇਹ ਉਹਦੇ ਚੇਅਰਮੈਨ ਕੌਣ ਸੀ, ਡਾਕਟਰ ਅੰਬੇਦਕਰ। ਤੇ 15 ਉਹਨਾਂ ਦੇ ਗਾਹਾਂ ਮੈਂਬਰ ਸੀ, ਆਪਾਂ ਨੂੰ ਦੱਸੇ ਗਏ ਸੀਗੇ। ਪਹਿਲਾ N ਗੋਪਾਲ ਸਵਾਮੀ ਅਯੰਗਰ, ਅਲਾਦੀ ਕ੍ਰਿਸ਼ਨਾ ਸਵਾਮੀ ਅਯਰ ਤੇ KM ਮੁਨਸ਼ੀ, ਮੁਹੰਮਦ ਸਦੁੱਲਾ। BR ਮਿੱਤਰ ਰਿਪਲੇਸਡ, BR ਮਿੱਤਰ ਸੀ ਜੇ ਪਹਿਲਾਂ, ਉਹਨਾਂ ਨੂੰ ਰਿਪਲੇਸ ਕਰਕੇ NM ਮਧਾਵਾ ਰਾਓ ਫੋਲੋਇੰਗ ਰੀਜਨਲ ਹੈਲਥ ਆਫ ਗਰਾਊਂਡਸ, ਉਹਨਾਂ ਨੂੰ ਕੀ ਅਪੁਆਇੰਟ ਕਰ ਲਿਆ ਸੀ। ਫਿਰ ਉਹ ਤੋਂ ਬਾਅਦ ਡਾਕਟਰ DP ਖੇਤਿਆਨ ਤੋਂ ਕੀ ਕਰ ਲਿਆ, 1948 'ਚ ਮੌਤ ਹੋ ਗਈ। ਇਹਨਾਂ ਤੋਂ ਬਾਅਦ ਕੌਣ ਆ ਗਈ, TT ਕ੍ਰਿਸ਼ਨਾਮਚਾਰੀ। ਇਹ ਇੰਨੇ ਵੀ ਖਾਸ ਨਹੀਂ ਹੈਗੀ ਆਹ ਗੱਲ, ਇਹ ਤਾਂ ਯਾਦ ਰੱਖਣਾ ਵੀ ਚੇਅਰਮੈਨ ਕਿਹੜੇ ਸੀਗੇ ਡਰਾਫਟਿੰਗ ਕਮੇਟੀ ਦੇ, ਅੰਬੇਦਕਰ। ਪਰ ਜੇ ਉਹਦੇ ਸਹਾਇਕ ਮੈਂਬਰ ਕੁੱਲ 15 ਸੀਗੇ, ਇਹਨਾਂ 'ਚ 6 ਹੀ ਦੱਸੇ ਗਏ ਆਪਾਂ। ਸਾਇਲੈਂਟ ਫੀਚਰ ਆਫ ਕੌਂਸਟੀਟਿਊਸ਼ਨ ਦੇ ਸਾਇਲੈਂਟ ਫੀਚਰ, ਇਹ ਕੀ ਹੈ, ਸਾਰਿਆਂ ਤੋਂ ਲੰਮਾ ਕੀ ਆ, ਸੰਵਿਧਾਨ ਆ। ਸਭ ਤੋਂ ਲੰਮਾ ਵਰਲਡ ਦਾ ਕੀ ਸੰਵਿਧਾਨ, ਆਪਣਾ ਸਭ ਤੋਂ ਵੱਡਾ ਤੇ ਲੰਮਾ ਸੰਵਿਧਾਨ ਇੰਡੀਆ ਦਾ ਗਾ। ਕੀ ਘੋਸ਼ਿਤ ਕਰਤਾ ਸੀ, ਆਪਣੇ ਡੈਮੋਕ੍ਰੇਟਿਕ ਰਿਪਬਲਿਕ, ਆਪਣੀ ਕੀ ਡੈਮੋਕ੍ਰੇਟਿਕ ਲੋਕ ਹੋਣਗੇ ਸਾਰੇ, ਕੀ ਲੋਕਾਂ ਦੁਆਰਾ ਚੁਣਿਆ ਜਾਊ ਤੰਤਰ। ਫੰਡਾਮੈਂਟਲ ਰਾਈਟਸ ਦੱਸੇ ਗਏ, ਆਪਣੇ ਗਰੰਟੀਆਂ ਦਿੱਤੀਆਂ ਵੀ ਸਿਟੀਜ਼ਨ ਨੂੰ ਕੀ ਗਰੰਟੀ ਦਿੱਤੀ ਗਈ ਵੀ ਤੁਹਾਨੂੰ ਆਹ ਚੀਜ਼ਾਂ ਹੋਣਗੀਆਂ, ਤੁਹਾਨੂੰ ਆਹ ਅਧਿਕਾਰ ਮਿਲਣਗੇ। ਫਿਰ ਉਹ 'ਚ ਕੀ ਬਣਾਇਆ, ਸਟੇਟ ਪਾਲਿਸੀਆਂ ਬਣਾਈਆਂ ਗਈਆਂ ਵੀ ਹਰੇਕ ਸਟੇਟ ਕਿਵੇਂ ਕੰਮ ਕਰੂਗੀ, ਕਿਵੇਂ ਚੱਲੂ। ਪਾਰਲੀਮੈਂਟਰੀ ਸਿਸਟਮ ਬਣਾਇਆ ਗਿਆ ਆਪਣਾ ਗਵਰਨਮੈਂਟ ਦਾ, ਤੇ ਪ੍ਰੈਜ਼ੀਡੈਂਟ ਬਣਾਇਆ ਗਿਆ, ਰਾਸ਼ਟਰਪਤੀ ਦੇ ਕੀ ਹੋਣਗੇ, ਉਹ ਹੈੱਡ ਕੀ ਕਰੂਗਾ, ਤੇ ਮਿਨਿਸਟਰ ਬਣਾਏ ਗਏ, ਕੌਂਸਲ ਮਿਨਿਸਟਰ ਬਣਾਏ ਗਏ, ਤੇ ਯੂਨੀਅਨ ਕੈਬਨਿਟ ਹੋ ਗਈ। ਇਹਨਾਂ 'ਚ ਕੀ ਸਾਰਿਆਂ ਨੂੰ ਰਿਸਪੋਂਸੀਬਿਲਟੀਆਂ, ਲੋਕ ਸਭਾ, ਰਾਜ ਸਭਾ, ਇਹ ਸਾਰੀਆਂ ਬਣਾਈਆਂ ਗਈਆਂ। ਪਾਰਲੀਮੈਂਟਾਂ ਦੇ 2 ਭਾਗ ਬਣਾਏ ਗਏ, ਉਹ 'ਚ ਕਿਹੜੇ ਭਾਗ ਹੋਣੇ ਤੇ ਕਿਵੇਂ ਉਹ ਕੰਮ ਕਰੂਗੇ, ਸਾਰੀਆਂ ਗੱਲਾਂ ਇਹ 'ਚ ਦੱਸੀਆਂ। ਫੈਡਰਲ ਇਨ ਫਾਰਮ ਮਤਲਬ ਆਪਾਂ ਨੂੰ ਆਜ਼ਾਦ ਘੋਸ਼ਿਤ ਕੀਤੇ ਨਾਰਮਲ ਟਾਈਮਸ ਦੇ ਵਿੱਚ ਤੇ ਐਮਰਜੈਂਸੀ। ਨਾਰਮਲ ਟਾਈਮ 'ਚ ਕੀ ਹੋਊਗਾ, ਜਿਵੇਂ ਆਪਾਂ ਆਮ ਜ਼ਿੰਦਗੀ ਬਤੀਤ ਕਰ ਰਹੇ ਹਾਂ, ਜਾਂ ਕਈ ਵਾਰ ਐਮਰਜੈਂਸੀ ਲੱਗ ਗਈ, ਉਦੋਂ ਕੀ ਚੀਜ਼ਾਂ ਹੋਣਗੀਆਂ, ਉਹ ਚੀਜ਼ਾਂ ਬਾਰੇ ਆਪਾਂ ਨੂੰ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ ਨੇ। ਇਹ ਇਕੱਲਾ ਆਰਟੀਕਲ ਆਪਾਂ ਨੂੰ ਦੱਸੂਗਾ। ਤੇ ਫੀਚਰ ਇਹ 'ਚ ਕੀ ਹੋ ਗਿਆ, ਪ੍ਰੋਵੀਜ਼ਨਸ ਕੈਨ ਵੀ ਅਮੈਂਡਡ ਸਿੰਪਲ ਮੈਜੋਰਟੀ, ਸਾਰਿਆਂ ਨੂੰ ਕੀ ਇੱਕ ਮੈਜੋਰਟੀ ਦੇ ਨਾਲ ਇੱਕ ਕੀ ਬਣਾਇਆ ਜਾਊਗਾ, ਆਪਣਾ ਕੌਂਸਟੀਟਿਊਸ਼ਨ ਬਣਾਇਆ ਜਾਊਗਾ ਕਿ ਸਭ ਨੂੰ ਇੱਕ ਸਮਾਨ ਰੱਖਿਆ ਜਾਊਗਾ। ਹੁਣ ਆਪਣੇ ਫੀਚਰ ਕੀ ਨੇ, ਸਭ ਨੂੰ ਇੱਕ ਸਿੰਪਲ ਮੈਜੋਰਟੀ ਦਿੱਤੀ ਆ,
nor flexible. Some provisions require special majority for amendment. ਵੀ ਕਈ ਸਪੈਸ਼ਲ ਮੈਜੋਰਟੀਆਂ ਵੀ ਹੈਗੀਆਂ ਨੇ ਆਪਣੇ ਕੋਲ ਦਿੱਤੀਆਂ ਗਈਆਂ ਨੇ ਤੇ ਅਮੈਂਡਮੈਂਟਾਂ ਵੀ ਉਹਨਾਂ ਵਿੱਚ ਹੋਣਗੀਆਂ ਕੁਝ ਅਮੈਂਡਮੈਂਟਾਂ ਕਰਕੇ। ਤੇ ਡਿਕਲੇਅਰ ਇੰਡੀਆ ਸੈਕੂਲਰ ਸਟੇਟ, ਇੱਕ ਇੰਡੀਆ ਸੈਕੂਲਰ ਸਟੇਟ ਆ ਤੇ ਉਹਦੇ ਵਿੱਚ ਗਰੰਟੀ ਸਿੰਗਲ ਸਿਟੀਜ਼ਨ ਫॉर ਆਲ, ਵੀ ਕੈਰੀ ਨਾਗਰਿਕਤਾ ਦਿੱਤੀ ਜਾਊਗੀ ਸਾਰੇ ਇਕੱਲੇ ਇਕੱਲੇ ਬੰਦੇ ਨੂੰ। ਇੰਟਰੋਡਿਊਸ ਅਡਲਟ ਫਰੈਂਚਾਈਜ਼ੀ ਵੀ ਬਣਾਈ ਗਏ ਨੇ। 18 ਸਾਲ ਤੋਂ ਬਾਅਦ ਉਹਨਾਂ ਨੂੰ ਰਾਈਟ ਟੂ ਵੋਟ ਮਿਲ ਗਿਆ ਤੇ ਸਿਸਟਮ ਜੁਆਇੰਟ ਇਲੈਕਟੋਰੇਟ, ਵੀ ਵੋਟਾਂ 'ਚ ਖੜੇ ਵੀ ਹੋ ਸਕਦੇ, ਵੋਟ ਪਾ ਵੀ ਸਕਦੇ ਆ, ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ 18 ਸਾਲ ਤੋਂ ਬਾਅਦ। ਤੇ ਹੋਰ ਚੀਜ਼ਾਂ ਕੀ ਹੋ ਗਈਆਂ ਆਪਣੇ ਵੋਟਾਂ ਵਿੱਚ ਖੜੇ ਵੀ ਹੋ ਸਕਦੇ ਆ। ਐਸਟੈਬਲਿਸ਼ ਇੰਡੀਪੈਂਡੈਂਟ ਜੁਡੀਸ਼ਰੀ, ਇੱਕ ਵੀ ਬਣਾਤੀ ਆਪਣੀ ਇੰਡੀਪੈਂਡੈਂਟ ਜੁਡੀਸ਼ਰੀ ਬਣਾਤੀ, ਜੱਜ ਬਣਾਤੇ ਆਪਣੇ, ਕੋਰਟ ਬਣਾਤੇ ਵੀ ਆਪਣੇ। ਉਹ 'ਚ ਆਪਾਂ ਕੀ ਕਰ ਸਕਦੇ ਹਾਂ, ਇੱਕ ਬਣਾਇਆ ਸੁਪਰੀਮ ਕੋਰਟ ਐਕਟ ਗਾਰਡੀਅਨ ਫॉर ਕੌਂਸਟੀਟਿਊਸ਼ਨ, ਸੁਪਰੀਮ ਕੋਰਟ ਐਕਟ ਬਣਾਇਆ ਗਿਆ ਜਿਹੜਾ ਕੌਂਸਟੀਟਿਊਸ਼ਨ ਨੂੰ ਬਚਾਉਣ ਲਈ। ਉਹਦੇ ਵਿੱਚ ਕੀ ਹੋਊਗਾ, ਜੋ ਵੀ ਕੋਈ ਕੌਂਸਟੀਟਿਊਸ਼ਨ ਦੀ ਉਲੰਘਣਾ ਕਰੂਗਾ, ਕੌਂਸਟੀਟਿਊਸ਼ਨ ਮਤਲਬ ਜਿਹੜੇ ਰੂਲ ਲਿਖੇ ਗਏ ਨੇ, ਆਰਟੀਕਲ ਲਿਖੇ ਉਹਨਾਂ ਨੂੰ ਉਲੰਘਣਾ ਕਰੂ, ਸੁਪਰੀਮ ਕੋਰਟ ਕੀ ਕਰੂ, ਉਹਨਾਂ ਨੂੰ ਸਜ਼ਾ ਦਊਗਾ ਤੇ ਬੈਲੈਂਸ ਰੱਖੂਗਾ ਆਪਣੇ ਦੇਸ਼ ਨੂੰ ਤੇ ਆਪਣੇ ਕੌਂਸਟੀਟਿਊਸ਼ਨ ਨੂੰ। ਅੱਗੇ ਆ ਗਏ ਤੇ ਫੀਚਰ ਵਿੱਚ ਹੈਵ ਬੀਨ ਬੋਰੋਡ ਫਰੋਮ ਡਿਫਰੈਂਟ ਕੰਟਰੀਜ਼, ਕਿੱਥੋਂ ਕਿੱਥੋਂ ਆਪਾਂ ਫੀਚਰ ਲੈਤੇ ਗਏ। ਜਿਵੇਂ ਫਰੋਮ ਗਵਰਨਮੈਂਟ ਆਫ ਇੰਡੀਆ ਐਕਟ 1935, ਇਹਦੇ ਵਿੱਚ 1935 ਐਕਟ 'ਚੋਂ ਆਪਾਂ ਕਿਹੜੇ ਕਿਹੜੇ ਲੈਤੇ ਆ, ਫੈਡਰਲ ਸਿਸਟਮ ਆਪਾਂ ਆਪਣਾ ਆਜ਼ਾਦ ਸਿਸਟਮ, ਆਫਿਸ ਗਵਰਨਰ ਦੀ ਪੋਸਟ ਲੈਤੀ ਗਈ, ਐਮਰਜੈਂਸੀ ਪਾਵਰਸ ਆਪਾਂ 1935 ਐਕਟ ਦੇ ਵਿੱਚੋਂ ਲੈਤੀਆਂ ਗਈਆਂ। ਤੇ ਯੂਕੇ ਤੋਂ ਕੀ ਲੈਤਾ, ਨੋਮੀਨਲ ਹੈਡ ਪ੍ਰੈਜ਼ੀਡੈਂਟ ਦੀ ਪੋਸਟ ਲੈਤੀ। ਕੈਬਨਿਟ ਸਿਸਟਮ ਆਫ ਮਿਨਿਸਟਰ ਮਤਲਬ ਜਿਹੜੇ ਮਿਨਿਸਟਰ ਨੇ ਉਹ ਆਪਾਂ ਕਿੱਥੋਂ ਲੈਤੇ ਨੇ, ਯੂਕੇ ਤੋਂ। ਕਿਵੇਂ ਲੈਣੇ ਆ, ਕਿਵੇਂ ਕਰਨੇ ਆ, ਇਹ ਸਾਰੇ ਆਪਾਂ ਯੂਕੇ ਤੋਂ ਸਿੱਖਿਆ ਵੀ ਆਪਾਂ ਉੱਥੋਂ ਆਹ ਚੀਜ਼ ਲੈਤੀ ਆਪਾਂ ਨੂੰ ਪ੍ਰੂਫ ਦੇਣੇ ਪੈਂਦੇ ਵੀ ਉੱਥੋਂ ਅਸੀਂ ਆਹ ਲੈਤੇ ਆ ਵੀ ਆਪਾਂ ਕਿਸੇ ਨੂੰ ਕਾਪੀ ਕੀਤੀ ਇੱਕ ਤਰ੍ਹਾਂ ਦੀ। ਆਪਾਂ PM ਦੀ ਪੋਸਟ ਵੀ ਕਿੱਥੋਂ ਲੈਤੀ, ਯੂਕੇ ਤੋਂ। ਪਾਰਲੀਮੈਂਟ ਕਿੱਥੋਂ ਲੈਤੀ ਆਪਣੇ, ਯੂਕੇ ਤੋਂ। ਵੀ ਆਪਣੀ ਸੰਸਦ ਆਪਾਂ ਉੱਥੋਂ ਲੈਤੀਆਂ ਨੇ। ਤੇ ਬੈਕਮਲ ਪਾਰਲੀਮੈਂਟ, ਇਹ ਦੋਨੇ ਪਾਰਲੀਮੈਂਟ ਨੇ, ਦੋਨੇ ਆਪਾਂ ਕਿੱਥੋਂ ਲੈਤੀਆਂ ਨੇ, ਆਪਣੇ ਦੋ ਸੰਸਥਾ ਨੇ ਦੋਨੇ, ਆਪਾਂ ਦੋ ਪਾਰਲੀਮੈਂਟ ਨੇ ਆਪਾਂ ਕਿੱਥੋਂ ਲੈਤੀਆਂ, ਦੋਨੇ ਯੂਕੇ ਤੋਂ। ਫਿਰ ਲੋਅਰ ਹਾਊਸ ਤੇ ਮੋਰ ਪਾਵਰਫੁਲ ਆਪਣੇ ਇੱਧਰ, ਉਹ ਕਿੱਥੋਂ ਆਪਾਂ ਸਿੱਖਿਆ, ਉੱਥੋਂ ਵੀ ਜਿਹਦੀ ਸਟਰੈਂਥ ਵੱਧ ਹੋਊਗੀ ਮਿਨਿਸਟਰਾਂ ਦੀ, ਉਹੀ ਕੀ ਸਭਾ ਵੱਧ ਮਜ਼ਬੂਤ, ਉਹਨਾਂ ਦੀ ਹੀ ਗੱਲ ਮੰਨੀ ਜਾਊ, ਚਾਹੇ ਲੋਕ ਸਭਾ ਹੋਵੇ ਚਾਹੇ ਰਾਜ ਸਭਾ। ਹੁਣ ਤਾਂ ਮੇਨ ਰਾਜ ਸਭਾ ਪਾਵਰਫੁਲ ਹੁੰਦੀ ਆ, ਪਰ ਲੋਅਰ ਹਾਊਸ ਤਾਂ ਕਰਕੇ ਆਪਣੇ ਜ਼ਿਆਦਾ ਪਾਵਰਫੁਲ ਆ, ਆਪਣੇ ਕੀ ਆ ਵੋਟਾਂ ਜ਼ਿਆਦਾ ਨੇ। ਤੇ ਸਪੀਕਰ ਆਫ ਲੋਕ ਸਭਾ ਉਹ ਕਿੱਥੇ, ਇੰਗਲੈਂਡ ਤੋਂ ਲੈਤਾ, ਆਪਾਂ USA ਤੋਂ ਲੈਤਾ। ਇਹ ਆਪਾਂ USA ਤੋਂ ਲੈਤਾ, ਯੂਕੇ ਤੋਂ ਲੈਤਾ, ਆਪਾਂ USA। ਰਿਟਨ ਕੌਂਸਟੀਟਿਊਸ਼ਨ ਕਿੱਥੋਂ ਲੈਤਾ ਆਪਾਂ ਨੇ, ਰਿਟਨ ਕੌਂਸਟੀਟਿਊਸ਼ਨ ਆਪਾਂ ਲਿਖਿਆ ਹੋਇਆ ਕੌਂਸਟੀਟਿਊਸ਼ਨ ਆਪਾਂ USA ਤੋਂ। ਸਟੇਟ ਨੋਨ ਐਜ਼ ਪ੍ਰੈਜ਼ੀਡੈਂਟ ਐਂਡ ਸੁਪਰੀਮ ਕਮਾਂਡਰ ਆਫ ਆਰਮਡ ਫੋਰਸਿਸ, ਇੱਕ ਤਾਂ ਸਟੇਟ ਦੇ ਰਾਸ਼ਟਰਪਤੀ ਹੋਣਗੇ ਹੈੱਡ, ਕਿਸੇ ਦੇ ਵੀ ਐਗਜ਼ੀਕਿਊਟਿਵ ਹੈੱਡ ਹੋਣਗੇ, ਤੇ ਸੁਪਰੀਮ ਕਮਾਂਡਰ ਹੋਣਗੇ ਆਰਮਡ ਫੋਰਸਿਸ ਦੇ। ਤੇ ਵਾਈਸ ਪ੍ਰੈਜ਼ੀਡੈਂਟ ਹੋਣਗੇ, ਚੇਅਰਮੈਨ ਰਾਜ ਸਭਾ ਦੇ, ਕੀ ਹੋਣਗੇ, ਚੇਅਰਮੈਨ ਹੋਣਗੇ ਰਾਜ ਸਭਾ ਦੇ, ਕੋਈ ਵੀ ਵਾਈਸ ਪ੍ਰੈਜ਼ੀਡੈਂਟ ਰੱਖਿਆ ਜਾਵੇ। ਤੇ ਫੰਡਾਮੈਂਟਲ ਰਾਈਟਸ ਲੈਤੇ, ਸੁਪਰੀਮ ਕੋਰਟ ਲੈਤਾ ਆਪਾਂ ਉਹਨਾਂ ਤੋਂ। ਸਟੇਟ ਪ੍ਰੋਵੀਜ਼ਨ ਆਫ ਸਟੇਟਾਂ ਕਿਵੇਂ ਬਣਾਉਣੀਆਂ, ਇੰਡੀਪੈਂਡੈਂਟ ਜੁਡੀਸ਼ਰੀ ਐਂਡ ਜੁਡੀਸ਼ੀਅਲ ਰਿਵਿਊ, ਪ੍ਰੀਐਂਬਲ ਪ੍ਰਸਤਾਵਨਾ ਲੈਤੀ ਆਪਾਂ ਉੱਥੋਂ। ਜੱਜਾਂ ਹੋ ਗਏ ਜਾਂ ਉਹਨਾਂ ਦੀਆਂ ਕੀ ਗੱਲਾਂ ਹੋ ਗਈਆਂ, ਉਹਨਾਂ ਦੇ ਕੋਰਟ ਜਿਹੜੇ ਬਣਾਏ ਗਏ ਆਪਾਂ ਉੱਥੇ ਲੈਤੇ ਇੱਥੋਂ। ਤੇ ਸੁਪਰੀਮ ਕੋਰਟ ਹਾਈ ਕੋਰਟ ਜੱਜਾਂ ਨੂੰ ਕਿਵੇਂ ਰਿਮੂਵ ਕੀਤਾ ਜਾ ਸਕਦਾ, ਰਿਮੂਵ, ਜੇ ਉਹ ਆਪਾਂ ਕੋਈ ਵੀ ਗਲਤ ਗੱਲ ਕਰਦੇ ਆ। ਆਪਾਂ ਰਸੀਆ ਤੋਂ ਕੀ ਲੈਤਾ, ਫੰਡਾਮੈਂਟਲ ਡਿਊਟੀਜ਼ ਤੇ 5 ਸਾਲੀ ਯੋਜਨਾ। ਆਸਟ੍ਰੇਲੀਆ ਤੋਂ ਕੀ ਲੈਤਾ, ਕਨਕਰੰਟ ਲਿਸਟ, ਮਤਲਬ ਜਿਹੜੀਆਂ ਦੋਨੇ ਹੁਣ ਦੀਆਂ ਸਰਕਾਰਾਂ ਨੇ, ਸੈਂਟਰ ਦੀ ਸਰਕਾਰ, ਸਟੇਟ ਦੀ ਸਰਕਾਰ, ਉਹ ਕੋਈ ਵੀ ਰੂਲ ਬਣਾ ਵੀ ਸਕਦੀ ਹੈ, ਹਟਾ ਵੀ ਸਕਦੀ ਹੈ, ਤੇ ਇਕੱਲੀ ਵੀ ਬਣਾ ਸਕਦੀ ਆ, ਦੋਨੋਂ ਇਕੱਠੀਆਂ ਵੀ ਬਣਾ ਸਕਦੀ। ਠੀਕ ਆ। ਲੈਂਗੁਏਜ ਆਫ ਪ੍ਰੀਐਂਬਲ, ਆਪਣੀ ਪ੍ਰੀਐਂਬਲ ਦੀ ਲੈਂਗੁਏਜ ਕਿਹੜੀ, ਭਾਸ਼ਾ ਕਿਹੜੀ ਹੋਊਗੀ। ਪ੍ਰੋਵੀਜ਼ਨ ਰਿਗਾਰਡਿੰਗ ਟ੍ਰੇਡ, ਕਮਰਸ ਐਂਡ ਇੰਟਰਕੋਰਸ, ਇਹ ਦੱਸਦੀ ਆਪਾਂ ਨੂੰ ਟ੍ਰੇਡ ਕਰਨ ਬਾਰੇ ਜਾਂ ਕਮਰਸ, ਕੋਈ ਲੈਣ ਦੇਣ, ਕੋਈ ਵੀ ਚੀਜ਼, ਹਿਸਾਬ ਕਿਤਾਬ, ਇਹ ਸਾਰਾ ਆਪਾਂ ਕਿੱਥੋਂ ਲੈਤਾ, ਆਸਟ੍ਰੇਲੀਆ। ਜਾਪਾਨ ਤੋਂ ਕੀ ਲੈਤਾ, ਸੁਪਰੀਮ ਕੋਰਟ ਲਾ ਔਨ ਵਿਚ ਆਫ ਸੁਪਰੀਮ ਕੋਰਟ ਫੰਕਸ਼ਨ, ਕਿਵੇਂ ਕੰਮ ਕਰਦੇ ਆਪਣਾ ਸੁਪਰੀਮ ਕੋਰਟ, ਕਿਹੜੇ ਕਿਹੜੇ ਲਾ ਉਹ 'ਤੇ ਚੱਲਣਗੇ। ਫਿਰ ਆਪਾਂ ਜਰਮਨੀ ਤੋਂ ਕੀ ਲੈਤਾ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟ ਡਿਊਰਿੰਗ ਦੀ ਐਮਰਜੈਂਸੀ, ਜਦੋਂ ਵੀ ਆਪਣੇ ਐਮਰਜੈਂਸੀ ਲੱਗੂਗੀ ਆਪਣੇ ਕਿਹੜੇ
ਫੰਡਾਮੈਂਟਲ ਰਾਈਟਸ ਆਪਾਂ ਤੋਂ ਖੋਹੇ ਜਾਣਗੇ, ਆਪਣੇ ਜਿਹੜੇ ਰਾਈਟਸ ਨੇ। ਫਰੋਮ ਕੈਨੇਡਾ, ਕੈਨੇਡਾ ਤੋਂ ਕੀ ਲਿੱਤਾ ਆਪਾਂ ਨੇ? ਆਜ਼ਾਦ ਇੱਕ ਦੇਸ਼, ਇੱਕ ਸਕੀਮ ਜਿਹਦੇ ਵਿੱਚ ਕੀ ਉਹ ਸਾਰੇ ਜਾਣੇ ਆਜ਼ਾਦ ਰਹਿਣਗੇ, ਤੇ ਆਪਾਂ ਨੂੰ ਨਾਗਰਿਕਤਾ ਵੀ ਇੱਥੇ ਮਿਲਿਆ ਸੀ। ਡਿਸਟਰੀਬਿਊਸ਼ਨ ਪਾਵਰ ਬਿਟਵੀਨ ਸੈਂਟਰ ਐਂਡ ਸਟੇਟ, ਪਲੇਸਿੰਗ ਰੈਜੂਡਿਸ਼ਲ ਪਾਵਰ ਵਿਦ ਸੈਂਟਰ। ਹੁਣ ਇਹ 'ਚ ਕੀ ਦੱਸਿਆ ਵੀ ਪਾਵਰਾਂ ਵੰਡੀਆਂ ਗਈਆਂ ਨੇ ਆਪਣੇ, ਕੁਝ ਸੈਂਟਰਾਂ ਨੂੰ, ਕੁਝ ਸਟੇਟ ਸਰਕਾਰ ਨੂੰ ਅਲੱਗ ਅਲੱਗ ਪਾਵਰਾਂ ਦਿੱਤੀਆਂ ਗਈਆਂ ਨੇ ਅਲੱਗ ਅਲੱਗ ਥਾਵਾਂ 'ਤੇ। ਫਰੋਮ ਆਇਰਲੈਂਡ ਤੋਂ ਕੀ ਲਿੱਤਾ ਆਪਾਂ? ਕੀ ਲਿੱਤਾ? ਪ੍ਰਿੰਸੀਪਲ ਸਟੇਟ ਪੋਲਿਸੀ। ਜਿਹੜੀਆਂ ਆਪਣੀਆਂ ਸਾਰੀਆਂ ਸਟੇਟ ਦੀਆਂ ਪੋਲਿਸੀਆਂ ਬਣਨੀਆਂ ਉਹ ਕਿੱਥੋਂ ਲੈਤੀਆਂ ਆਪਾਂ ਨੇ? ਸਟੇਟ ਦੀ ਕੋਈ ਪੋਲਿਸੀ ਬਣਾਉਣੀ ਹੈ, ਕੋਈ ਰੂਲ ਬਣਾਉਣਾ, ਉਹ ਆਇਰਲੈਂਡ ਤੋਂ ਸਿੱਖਿਆ। ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਕੀ ਹੋਊਗਾ? ਇੱਕ ਇਲੈਕਟਡ ਹੋਊਗਾ, ਮਤਲਬ ਵੋਟਾਂ ਦੁਆਰਾ ਚੁਣਿਆ ਜਾਊ, ਉਹ ਵੀ ਆਪਾਂ ਕਿੱਥੋਂ ਲੈਤਾ? ਆਇਰਲੈਂਡ ਤੋਂ। ਅੱਗੇ ਤਾਂ ਵੀ ਸਰਬਸੰਮਤੀ ਨਾਲ ਹੋ ਜਾਂਦਾ ਸੀ, ਹੁਣ ਕੀ ਹੋਊਗਾ? ਵੋਟਾਂ ਪੈਣਗੀਆਂ, ਜਿਹਨੂੰ ਵੋਟਾਂ ਜ਼ਿਆਦਾ ਪੈ ਗਈਆਂ ਉਹ ਪ੍ਰੈਜ਼ੀਡੈਂਟ। ਨੋਮੀਨੇਸ਼ਨ ਮੈਂਬਰ ਇਜ਼ ਰਾਜ ਸਭਾ ਬਾਏ ਦੀ ਪ੍ਰੈਜ਼ੀਡੈਂਟ। ਕੋਈ ਵੀ ਨੋਮੀਨੇਸ਼ਨ ਭਰਨਾ ਕਿਸੇ ਮੈਂਬਰ ਨੇ ਰਾਜ ਸਭਾ ਦੇ ਵਿੱਚ ਤਾਂ ਉਹ ਪ੍ਰੈਜ਼ੀਡੈਂਟ ਦੁਆਰਾ ਭਰਿਆ ਜਾਊਗਾ। ਹੁਣ ਆ ਗਏ ਫੈਕਟ, ਸਮ ਫੈਕਟ ਰਿਗਾਰਡਿੰਗ ਕੌਂਸਟੀਟਿਊਸ਼ਨ। ਨੈਸ਼ਨਲ ਫਲੈਗ ਕਦੋਂ ਅਡੋਪਟ ਕੀਤਾ ਆਪਾਂ ਨੇ? ਨੈਸ਼ਨਲ ਫਲੈਗ 22 ਜੁਲਾਈ 1947 ਦੇ ਵਿੱਚ ਨੈਸ਼ਨਲ ਫਲੈਗ ਆਪਾਂ ਬਣਾਇਆ ਉਹਦਾ। ਨੈਸ਼ਨਲ ਐਂਥਮ ਕਦੋਂ ਬਣਾਇਆ? 24 ਜਨਵਰੀ 1950 ਦੇ ਵਿੱਚ। ਤੇ ਨੈਸ਼ਨਲ ਸੌਂਗ ਵੀ ਆਪਾਂ ਕਦੋਂ ਕਰਿਆ? 24 ਜਨਵਰੀ 1950 ਦੇ ਵਿੱਚ। ਇਹ ਦੋਨੇ ਇਕੱਠੇ ਹੋਏ ਨੇ 24 ਜਨਵਰੀ 1950 ਨੂੰ, ਕੀ ਨੈਸ਼ਨਲ ਐਂਥਮ ਤੇ ਨੈਸ਼ਨਲ ਸੌਂਗ। ਤੇ ਅੱਗੇ ਆ ਇਲੈਕਟ ਡਾਕਟਰ ਰਜਿੰਦਰ ਪ੍ਰਸਾਦ ਪਹਿਲੇ ਪ੍ਰੈਜ਼ੀਡੈਂਟ ਬਣੇ ਨੇ ਆਪਣੇ, ਜਿਹੜੇ ਚੁਣੇ ਗਏ ਸੀ, ਲੋਕਾਂ ਦੁਆਰਾ ਚੁਣੇ ਗਏ ਸੀ 24 ਜਨਵਰੀ 1950 ਨੂੰ। ਇਹ ਸਾਰੀਆਂ ਇਕੱਠੀਆਂ ਇੱਕ ਗੱਲ, 24 ਜਨਵਰੀ 1950 ਨੂੰ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ। ਕੌਂਸਟੀਟਿਊਸ਼ਨ ਅਸੈਂਬਲੀ ਕਦੋਂ ਹੋਈ ਸੀ? ਇਹ 'ਚ ਕਿੰਨੇ ਹੁਣ 11 ਸੈਸ਼ਨ ਸੀ ਇਹਦੇ, 2 ਸਾਲ 11 ਦਿਨ, 11 ਮਹੀਨੇ ਤੇ 18 ਦਿਨ ਚੱਲੀ ਸੀ। 11ਵੀਂ ਆਪਣਾ 11ਵਾਂ ਸੈਸ਼ਨ ਸੀ ਜਿਹੜਾ ਅਸੈਂਬਲੀ ਦਾ, ਇਹ 2 ਮਹੀਨੇ 11 ਨਹੀਂ 2 ਸਾਲ 11 ਮਹੀਨੇ ਤੇ 18 ਦਿਨ ਚੱਲੀ ਸੀ। ਕੌਂਸਟੀਟਿਊਸ਼ਨ ਮੇਕਰ ਹੈਡ ਗੋਨ ਥਰੂ ਕੌਂਸਟੀਟਿਊਸ਼ਨ ਆਫ ਅਬਾਊਟ 60 ਕੰਟਰੀਜ਼। ਆਪਾਂ 60 ਕੰਟਰੀਆਂ ਤੋਂ ਆਪਣਾ ਸੰਵਿਧਾਨ ਲੈਤਾ ਗਾ, ਥੋੜੇ ਭਾਗ ਲੈਤੇ ਨੇ, ਪਰ ਮੇਨ ਜਿਹੜੇ ਆਪਾਂ ਕਰੇ ਨੇ ਉਹ ਮੇਨ ਨੇ, ਉਹ ਲੈਤੇ ਨੇ। ਛੋਟੀਆਂ ਛੋਟੀਆਂ ਗੱਲਾਂ ਹੋਰ ਵੀ ਬਹੁਤ ਨੇ। ਡਰਾਫਟ ਕੌਂਸਟੀਟਿਊਸ਼ਨ ਕੰਸੀਡਰ 114 ਡੇਜ਼ 114 ਦਿਨਾਂ ਵਿੱਚ ਤਿਆਰ ਹੋ ਗਿਆ ਸੀ ਆਪਣਾ ਕੌਂਸਟੀਟਿਊਸ਼ਨ, ਡਰਾਫਟ ਜਿਹੜਾ ਬਣਾਇਆ ਸੀ। ਟੋਟਲ ਖਰਚਾ ਕਿੰਨਾ ਆਇਆ ਉਹਦੇ ਉੱਤੇ ਕੌਂਸਟੀਟਿਊਸ਼ਨ ਬਣਾਉਣ ਦੇ ਉੱਤੇ? 64 ਲੱਖ ਖਰਚਾ ਆ। ਤੇ 24 ਜਨਵਰੀ 1950 ਨੂੰ ਕੌਂਸਟੀਟਿਊਸ਼ਨ ਆਪਣਾ ਫਾਈਨਲ ਸੈਸ਼ਨ ਸੀਗਾ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ। 24 ਜਨਵਰੀ 1950 ਨੂੰ ਵੀ ਸਭ ਕੁਝ ਲਿਖ ਕੇ ਤਿਆਰ ਹੋ ਗਿਆ। ਆਪਾਂ ਕੀ ਕਰ ਦੇਣਾ ਹੁਣ? ਲਾਗੂ ਕਰ ਦੇਣਾ। ਲਾਗੂ ਕਦੋਂ ਹੋਇਆ ਸੀ? 26 ਜਨਵਰੀ 1950 ਨੂੰ ਡਿਕਲੇਅਰ ਕਰਤਾ ਸੀ ਆਪਣਾ ਕੌਂਸਟੀਟਿਊਸ਼ਨ, ਪਾਰਲੀਮੈਂਟ ਵਿੱਚ ਪੜ੍ਹ ਕੇ ਸੁਣਾ ਦਿੱਤਾ ਸੀ। ਫਸਟ ਜਨਰਲ ਇਲੈਕਸ਼ਨ ਕਿਹੜੇ ਉਦੋਂ ਇਲੈਕਸ਼ਨਾਂ ਕਦੋਂ ਹੋਈਆਂ ਆਪਣੀਆਂ ਪਹਿਲੀਆਂ ਇੰਡੀਆ ਦੇ ਵਿੱਚ? ਪਾਰਲੀਮੈਂਟ ਇਲੈਕਸ਼ਨਾਂ ਕਦੋਂ ਹੋਈਆਂ? 1952 ਦੇ ਵਿੱਚ। ਆਪਣਾ ਨੈਸ਼ਨਲ ਸਾਈਨ ਇਨਸਿਗਨੀਆ ਆਫ ਇੰਡੀਆ, ਸਾਈਨਾਂ ਦੀ ਗੱਲ ਹੋਊਗੀ, ਜਿਵੇਂ ਨੈਸ਼ਨਲ ਸਿੰਬਲ ਆਫ ਇੰਡੀਆ ਕਿਹੜਾ? ਪ੍ਰਾਈਡ ਐਂਡ ਹੋਨਰ ਆਫ ਨੇਸ਼ਨ, ਮਤਲਬ ਸਤੰਭ ਹੈ ਆਪਣਾ ਜਿਹੜਾ 4 ਸ਼ੇਰਾਂ ਦੀਆਂ ਮੂਰਤੀਆਂ ਨੇ ਚਾਰੋਂ ਦਿਸ਼ਾ ਦੇ ਵਿੱਚ। ਫਿਰ ਇੰਡੀਅਨ ਨੈਸ਼ਨਲ ਸਿੰਬਲ ਕਿਹੜੇ ਸਿੰਬਲ ਨੇ? ਜਿਵੇਂ ਐਂਬਲਮ ਹੋ ਗਏ, ਐਂਥਮ ਹੋ ਗਏ, ਫਲੈਗ ਹੋ ਗਏ, ਇਹ ਚੀਜ਼ਾਂ ਬਾਰੇ। ਹੁਣ ਆਪਣਾ ਐਂਬਲਮ ਕਿਹੜਾ ਗਾ? ਆਹਾ, ਜਿਹਦੇ ਚਾਰੋਂ ਤਰਫ ਸ਼ੇਰ ਨੇ। ਤੇ ਫਿਰ ਨੈਸ਼ਨਲ ਐਨੀਮਲ ਜਾਨਵਰ ਕਿਹੜਾ ਗਾ ਆਪਣਾ? ਕਿਹੜਾ ਗਾ? ਟਾਈਗਰ। ਤੇ ਨੈਸ਼ਨਲ ਬਰਡ ਕਿਹੜਾ ਗਾ? ਪੀਕੌਕ, ਮੋਰ। ਨੈਸ਼ਨਲ ਫਲੈਗ ਆਪਣਾ ਤਿਰੰਗਾ ਤੇ ਵਿਚਾਲੇ ਉਹ ਚੱਕਰਾ। ਨੈਸ਼ਨਲ ਫਲਾਵਰ ਆਪਣਾ ਕਿਹੜਾ? ਕਮਲ ਦਾ ਫੁੱਲ। ਤੇ ਨੈਸ਼ਨਲ ਰਿਵਰ ਕਿਹੜੀ ਆ? ਗੰਗਾ। ਤੇ ਨੈਸ਼ਨਲ ਸੌਂਗ ਕਿਹੜਾ? ਬੰਦੇ ਮਾਤਰਮ। ਨੈਸ਼ਨਲ ਐਂਥਮ ਕਿਹੜਾ? ਜਨ ਗਣ ਮਨ। ਪ੍ਰਿਅੰਬਲ ਦੀ ਫੋਟੋ ਦਿੱਤੀ ਹੋਈ ਹੈ ਇਹਨਾਂ ਨੇ। ਪ੍ਰਿਅੰਬਲ 'ਚ ਕੀ ਕੁਛ? ਪ੍ਰਿਅੰਬਲ ਦਾ ਮਤਲਬ ਹੁੰਦਾ ਪ੍ਰਸਤਾਵਨਾ। ਕੀ ਪ੍ਰਸਤਾਵਨਾ ਰੱਖੀ ਹੈ? ਕੀ ਗੱਲਾਂ ਉਹ 'ਚ ਹੋਣਗੀਆਂ? ਪ੍ਰਸਤਾਵਨਾ ਆਪਣੀ ਕੌਂਸਟੀਟਿਊਸ਼ਨ ਆਫ ਇੰਡੀਆ। ਆਹ ਫਰੰਟ ਪੇਜ ਆ, ਆਹ ਬੈਕ ਪੇਜ ਆ। ਆਹ ਫਰੰਟ ਆ ਇਹਦਾ, ਆਹ ਬੈਕ ਪੇਜ ਆ।
ਹੁਣ ਪ੍ਰੀਅੰਬਲ ਦੇ ਵਿੱਚ ਕੀ ਹੋਇਆ, ਪਹਿਲਾ ਪ੍ਰੀਅੰਬਲ ਆਪਣਾ ਜਵਾਹਰ ਲਾਲ ਨਹਿਰੂ ਨੇ 13 ਦਸੰਬਰ 1946 ਨੂੰ ਅਮਰੀਕਾ ਦੇ ਮਾਡਲ ਤੇ ਰੱਖਿਆ ਗਿਆ। ਪਹਿਲਾ ਜਿਹੜਾ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਆਪਣਾ ਪ੍ਰੀਅੰਬਲ ਕੀਤਾ, ਕਿਹਤੇ ਬੇਸ ਸੀ, ਜਵਾਹਰ ਲਾਲ ਨਹਿਰੂ ਨੇ ਉਹ ਕਰਿਆ 13 ਦਸੰਬਰ 1946 ਨੂੰ, ਕਿਤੇ ਅਮਰੀਕਾ ਦੇ ਮਾਡਲ ਤੇ ਬੇਸ ਸੀਗਾ। ਤੇ ਉਹ 'ਚ ਕੀ ਆ, ਪ੍ਰੇਮ ਬਿਹਾਰੀ ਨਾਰਾਇਣ ਰਾਜਾ ਜਿਹੜਾ ਉਹਨਾਂ ਨੇ ਕਿਤੇ ਨੂੰ ਮਦਦ ਕੀਤੀ ਵੀ ਹਾਂ ਠੀਕ ਆ। ਤੇ 42ਵੀਂ ਅਮੈਂਡਮੈਂਟ 1976 ਦੇ ਵਿੱਚ ਇਹਨਾਂ ਨੇ ਕੀ ਸੋਧ ਕੀਤੀ, 42ਵੀਂ ਅਮੈਂਡਮੈਂਟ 42ਵੀਂ ਸੋਧ 1976 ਦੇ ਵਿੱਚ ਇਹਨਾਂ ਨੇ ਕਿਹੜੇ ਕਿਹੜੇ ਵਰਡ ਵਿੱਚ ਉਹਦੇ ਵਿੱਚ ਪ੍ਰੀਅੰਬਲ ਦੇ ਵਿੱਚ ਲਿਖੇ, ਸੈਕੂਲਰ, ਸੋਸ਼ਲਿਸਟ ਅਤੇ ਇੰਟੀਗ੍ਰਿਟੀ। ਸੋਸ਼ਲਿਸਟ ਅਤੇ ਇੰਟੀਗ੍ਰਿਟੀ, ਇਹਦੇ ਵਿੱਚ ਇਹਦਾ ਮਤਲਬ ਕੀ ਹੁੰਦਾ, ਸੈਕੂਲਰ ਦਾ ਮਤਲਬ ਕੀ ਹੁੰਦਾ ਗਾ, ਸਮਾਜਵਾਦੀ। ਸੈਕੂਲਰ ਦਾ ਧਰਮ ਨਿਰਪੱਖ, ਸੌਰੀ ਸੈਕੂਲਰ ਦਾ ਹੁੰਦਾ ਧਰਮ ਨਿਰਪੱਖ, ਧਰਮ ਨਿਰਪੱਖ। ਤੇ ਸੋਸ਼ਲਿਸਟ ਦਾ ਮਤਲਬ ਸਮਾਜਵਾਦੀ, ਸਮਾਜਵਾਦੀ। ਤੇ ਇੰਟੀਗ੍ਰਿਟੀ ਦਾ ਇਮਾਨਦਾਰ, ਇਮਾਨਦਾਰ। ਇਹ ਤਿੰਨ ਵਰਡ ਇਹਦੇ ਵਿੱਚ ਜੋੜ ਦਿੱਤੇ ਸੀਗੇ ਇੱਕ ਆਜ਼ਾਦ ਨੇਸ਼ਨ ਦੇ ਵਿੱਚ, ਲੋਕਾਂ ਦੁਆਰਾ ਚੁਣਿਆ ਗਿਆ, ਲੋਕਾਂ ਦੀ ਹੀ ਡੈਮੋਕ੍ਰੇਟਿਕ ਹੋਊਗੀ। ਜਸਟਿਸ, ਸੋਸ਼ਲ, ਇਕਨੋਮਿਕਸ ਐਂਡ ਪੋਲੀਟੀਕਲ। ਜਸਟਿਸ ਕੀ ਹੋਣਾ, ਕੌਣ ਹੋਣਾ ਚਾਹੀਦਾ, ਸੋਸ਼ਲ ਹੋਣਾ ਚਾਹੀਦਾ, ਇਕਨੋਮਿਕ ਹੋਣਾ ਚਾਹੀਦਾ, ਪੋਲੀਟੀਕਲ ਹੋਣਾ ਚਾਹੀਦਾ। ਲਿਬਰਟੀ, ਥਾਊਟ, ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਵਰਸ਼ਿਪ। ਲਿਬਰਟੀ ਮਤਲਬ ਸੱਚਾਈ, ਆਜ਼ਾਦੀ। ਲਿਬਰਟੀ ਮਤਲਬ ਆਜ਼ਾਦੀ। ਇਕੁਅਲਿਟੀ, ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ। ਇਹ ਚੀਜ਼ਾਂ ਹੋਈਆਂ ਸੀ ਇਹਦੇ ਵਿੱਚ, ਸਮਾਨਤਾ ਦਾ ਅਧਿਕਾਰ। ਫਰਟੀਨਿਟੀ, ਫਰਟੀਨਿਟੀ ਹੁੰਦਾ ਸਟੇਟ ਅਪਰਚੁਨਿਟੀ ਐਂਡ ਪ੍ਰਮੋਟ ਅਮੰਗ ਦੈਮ ਆਲ ਡਿਜ਼ਾਈਨਡ ਇੰਡੀਵਿਜੂਅਲ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਦੀ ਨੇਸ਼ਨ। ਇਹ 'ਚ ਕੀ ਹੈ, ਸਭ ਦੀ ਯੂਨਿਟੀ ਹੋਣੀ ਚਾਹੀਦੀ ਹੈ, ਭਾਈਚਾਰਾ। ਫਰਟੀਨਿਟੀ ਕਿਹਨੂੰ ਕਹਿੰਦੇ, ਭਾਈਚਾਰੇ ਨੂੰ। ਇਕੁਅਲਿਟੀ, ਏਕਤਾ। ਲਿਬਰਟੀ, ਆਜ਼ਾਦੀ। ਜਸਟਿਸ, ਨਿਆਏ, ਸਭ ਨੂੰ ਇੱਕੋ ਜਿਹਾ ਨਿਆਏ। ਸੋਸ਼ਲਿਸਟ। ਆਵਰ ਕੌਂਸਟੀਟਿਊਸ਼ਨ ਅਸੈਂਬਲੀ 26 ਨਵੰਬਰ 1949 ਨੂੰ ਹੈਵੀ ਅਡਾਪਟ ਐਨੈਕਟ, ਪਹਿਲੀ ਵਾਰ ਅਡਾਪਟ ਕਦੋਂ ਹੋਇਆ ਹੈ, 26 ਨਵੰਬਰ 1949 ਨੂੰ। ਅਤੇ ਇਹਦੇ ਵਿੱਚ ਸੁਪਰੀਮ ਕੋਰਟ ਓਰੀਜਨਲ ਸਟੇਟ ਬਰੂਬਰੀ 1960 ਦੇ ਵਿੱਚ ਕੀਤਾ। ਅਤੇ ਦੈਟ ਨਾਟ ਇੰਟੀਗ੍ਰੇਟਡ ਕੌਂਸਟੀਟਿਊਸ਼ਨ, ਇਹਦੇ ਵਿੱਚ ਕਈ ਗੱਲਾਂ ਨਵੀਆਂ ਐਡ ਕੀਤੀਆਂ ਗਈਆਂ। 1973 ਐਕਟ ਦੇ ਵਿੱਚ ਕੀ, ਕਸਬੰਦਾ ਕੇਸ ਦੇ ਵਿੱਚ ਕੀ ਹੋਇਆ, ਇਹਦੇ ਵਿੱਚ ਕੀ ਹੋਇਆ, ਅਲੱਗ-ਅਲੱਗ ਹਿੱਸਿਆਂ 'ਚ ਅਲੱਗ-ਅਲੱਗ ਲਾ ਵਰਤੇ ਗਏ, ਇਨਫੋਰਸੀਬਲ ਹੋਇਆ। ਕਈ ਵਾਰ ਕਈਆਂ ਥਾਵਾਂ 'ਤੇ ਧੱਕੇ ਨਾਲ ਵੀ ਲਾਉਣਾ ਪਿਆ ਇਹ ਰੂਲ, ਕਈਆਂ ਥਾਵਾਂ 'ਤੇ ਵੀ ਲੋਕਾਂ ਨੇ ਮੰਨ ਲਿਆ ਵੀ ਸਹੀ ਆ। ਅਤੇ ਜਿੱਥੇ ਕਿਤੇ ਧੱਕਾ ਹੁੰਦਾ ਸੀ ਉੱਥੇ ਕੀ ਕੀਤਾ ਸੀ ਇਹਨੇ, ਜੁਡੀਸ਼ੀਅਲ ਨੇ ਵੀ ਉਹਨਾਂ ਨੂੰ ਇੱਕ ਬਰਾਬਰ ਦਾ ਅਧਿਕਾਰ ਦਿੱਤਾ, ਵੀ ਸਭ ਨੂੰ ਬਰਾਬਰ ਦਾ ਅਧਿਕਾਰ ਆ, ਸਾਰੇ ਮੈਟਰ ਕਰਦੇ ਨੇ ਵੀ ਕੀ ਕੀ ਗੱਲਾਂ ਹੋਣਗੀਆਂ। ਸਾਰੇ ਪ੍ਰੀਅੰਬਲ ਦੇ ਵਿੱਚ ਇਹੀ ਗੱਲਾਂ ਦੱਸੀਆਂ ਗਈਆਂ ਨੇ, ਸਭ ਨੂੰ ਕੀ ਕੀ ਗੱਲਾਂ ਹੋਣਗੀਆਂ। ਸਾਰੇ ਡੈਮੋਕ੍ਰੇਟਿਕ ਹੋਣਗੇ, ਸੈਕੂਲਰ ਹੋਣਗੇ, ਸੋਸ਼ਲਿਸਟ ਹੋਣਗੇ, ਰਿਪਬਲਿਕ ਹੋਣਗੇ, ਜਸਟਿਸ ਹੋਊਗਾ ਸਭ ਲਈ, ਲਿਬਰਟੀ ਹੋਊ, ਸਾਰੇ ਲੋਕ ਆਜ਼ਾਦ ਹੋਣਗੇ, ਸਭ ਨੂੰ ਇਕੁਅਲਿਟੀ, ਸਭ ਦੇ ਭਾਈਚਾਰਾ ਰੱਖਿਆ ਜਾਊਗਾ, ਸਭ ਨੂੰ ਭਾਈਚਾਰਾ ਰੱਖਿਆ ਜਾਊਗਾ।